ਸਿਮਰੋ ਅੰਗਦ ਦੁਖ ਗੁਰ ਅਮਰਦਾਸ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁਰੀ ਏਕ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਕਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਤਲਵੰਡੀ ਜੇਤੇ ਨਰ ਨਾਰੀ ਸੁਨ ਕਰ ਕਹੇ ਵਡੋ ਬੁਰਿਆਰੀ ਪੂਰਬ ਨਿਰਧੈ ਹੋਏ ਸੁਤ ਮਾਰਾ ਨ੍ਰਿਪਤੇ ਲੈ ਤਨ ਆਏ ਅਗਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मान योग सत्कार योग गुरु की साजी और नवाजी हुई गुरु का खास रूप गुरु खालसा साध संगत जियो तंता दे पात्र हो साहिब नौवें पातशाह तिलक जंजू दे राखे श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान ते हाजरियां भर के जगत गुरु श्री गुरु ग्रंथ साहब जी महाराज जी की पवित्र पावन हजूरी च जुड़ के अपने जीवन का कुछ कीमती समा गुरु लेखे ला के सफला और सकारथा कर रहे हो। सतगुरु जगत गुरु जाहर पीर जगत गुरु बाबा धन धन श्री गुरु नानक देव साहब जी महाराज जी दे पवित्र इतिहास की जन्म साखी की चल रही लड़ीवार कथा बहुत ही अदब सत्कार ते शरदा सहित आप जी सरवण कर रहे। जगत गुरु पातशाह जी महाराज श्री ननकाना साहब जी की पावन पवित्र धरती ते बाल लीला दे अनेकां चोज कर रहे ने। राय बुलार जो सतगुरां दा सेवक है मुरीद है
ਜਦੋਂ ਪਤਾ ਲੱਗਾ ਕਿ ਪਿਤਾ ਮਹਿਤਾ ਕਾਲੂ ਜੀ ਨੇ ਮੇਰੇ ਸਾਹਿਬ ਦੇ ਮੁਖ ਤੇ ਚਪੇੜਾਂ ਮਾਰੀਆਂ ਹਨ, ਮਨ ਆਹਤ ਹੋਇਆ, ਨੇਤਰ ਭਰ ਆਏ। ਛੇਤੀ ਨਾਲ ਸਤਿਗੁਰਾਂ ਨੂੰ ਆਪਣੇ ਕੋਲ ਸੱਦਿਆ, ਪਿਤਾ ਮਹਿਤਾ ਕਾਲੂ ਜੀ ਨੂੰ ਸੱਦਿਆ। ਨੇਤਰਾਂ ਦੇ ਨੀਰ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵਸਤਰ ਭਿਗੋ ਦਿੱਤੇ ਹਨ। ਪਿਤਾ ਜੀ ਨੂੰ ਤਾੜਨਾ ਕੀਤੀ ਹੈ। ਖਜ਼ਾਨਚੀ ਨੂੰ ਕਿਹਾ, ਲਿਆ 20 ਰੁਪਈਏ ਕਾਲੂ ਨੂੰ ਦੇ ਦੇ। ਨਾਲੇ ਵੀ ਆਖਿਆ ਕਿ ਅੱਜ ਤੋਂ ਬਾਅਦ ਇਹ ਜਿਤਨਾ ਖਰਚ ਕਰਨ, ਜਿਸ ਨੂੰ ਮਰਜ਼ੀ ਦਾਨ ਦੇਣ, ਇਹਨਾਂ ਦੇ ਖਾਣੇ ਤੇ ਇਹਨਾਂ ਦੇ ਪਹਿਰਨ ਤੇ ਜਿਤਨਾ ਖਰਚ ਹੋਵੇ, ਕਾਲੂ ਜੀ ਉਹ ਤੁਸੀਂ ਮੇਰੇ ਕੋਲੋਂ ਲੈ ਜਾਇਆ ਕਰੋ, ਪਰ ਮੇਰੇ ਸਾਹਿਬ ਨੂੰ ਕਦੇ ਕੜਵਾ ਨਾ ਬੋਲਿਓ। ਪਿਤਾ ਜੀ ਉਹ 20 ਰੁਪਈਏ ਨਹੀਂ ਸਨ ਲੈਂਦੇ, ਪਰ ਧਿੰਗੋ ਜੋਰੀ ਰਾਏ ਬੁਲਾਰ ਨੇ ਉਹ 20 ਰੁਪਈਏ ਪਿਤਾ ਜੀ ਨੂੰ ਦਿੱਤੇ ਨੇ। 20 ਰੁਪਈਏ ਲੈ ਕੇ ਪਿਤਾ ਜੀ ਘਰ ਵਾਪਸ ਪਰਤ ਗਏ ਨੇ। ਨਾਲੇ ਸ਼ਰਮਸਾਰ ਤੇ ਸ਼ਰਮਿੰਦਾ ਵੀ ਹਨ, ਕਿਉਂਕਿ ਪੁੱਤਰ ਨਾਨਕ ਨੇ ਕੋਈ ਮਾੜਾ ਕੰਮ ਨਹੀਂ ਸੀ ਕੀਤਾ। 20 ਰੁਪਇਆਂ ਦਾ ਭੁੱਖੇ ਸਾਧੂਆਂ ਨੂੰ, ਜਿਹੜੇ ਪਿਛਲੇ 7 ਦਿਨਾਂ ਤੋਂ ਭੁੱਖੇ ਸੀ, ਉਹਨਾਂ ਨੂੰ ਭੋਜਨ ਛਕਾਇਆ ਹੈ। ਇਹ ਵੱਡਾ ਪਰਉਪਕਾਰ ਦਾ ਕਾਰਜ ਕੀਤਾ ਸੀ। ਇਸ ਕਰਕੇ ਨਗਰ ਨਿਵਾਸੀ ਵੀ ਪਿਤਾ ਜੀ ਦੇ ਬਾਬਤ ਇਹ ਕਹਿ ਰਹੇ ਨੇ ਕਿ ਪਟਵਾਰੀ ਸਾਹਿਬ ਨੇ ਚੰਗਾ ਨਹੀਂ ਕੀਤਾ। ਆਓ ਮਨ ਔਰ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੋ ਕਿਸ਼ੋਰ ਅਵਸਥਾ ਵਿੱਚ ਵਿਚਰ ਰਹੇ ਨੇ, ਸਤਿਗੁਰਾਂ ਦੇ ਸੋਹਣੇ ਜਿਹੇ ਸਰੂਪ ਨੂੰ ਆਪਣੇ ਹਿਰਦਿਆਂ ਵਿੱਚ ਵਸਾਉਂਦਿਆਂ ਰਸਨਾ ਨੂੰ ਪਵਿੱਤਰ ਕਰੀਏ। ਹਾਜ਼ਰੀ ਲਵਾਉਂਦਿਆਂ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਲਵੰਡੀ ਜੇ ਤੇ ਨਰ ਨਾਰੀ। ਰਾਏ ਭੋਏ ਦੀ ਤਲਵੰਡੀ ਵਿਖੇ ਜਿਤਨੇ ਵੀ ਨਰ ਨਾਰੀਆਂ ਹਨ, ਜਿਤਨੇ ਵੀ ਮਨੁੱਖ ਇਸਤਰੀਆਂ ਹਨ, ਸੁਣ ਕਰ ਕਹੀਂ ਵਡੋ ਬੁਰਿਆਰੀ। ਸੁਣ ਕੇ ਕਹਿੰਦੇ ਮਹਿਤਾ ਕਾਲੂ ਜੀ ਬੜੇ ਬੁਰੇ ਨੇ। ਕਿਉਂ ਬੁਰੇ ਨੇ? ਕਿਉਂਕਿ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੋ ਦਇਆ ਦੀ ਮੂਰਤ ਨੇ, ਕਿਸੇ ਦੀ ਭੁੱਖ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ, ਦਇਆ ਦੇ ਘਰ 'ਚ ਆ ਜਾਂਦੇ ਨੇ। ਉਹਨਾਂ ਨੂੰ ਪਿਤਾ ਜੀ ਨੇ ਚਪੇੜਾਂ ਹਨੀਆਂ ਹਨ। ਇਹ ਸੁਣ ਕੇ ਜਿਤਨੇ ਵੀ ਨਗਰ ਨਿਵਾਸੀ ਨੇ, ਉਹ ਪਿਤਾ ਜੀ ਦੇ ਬਾਬਤ ਏਦਾਂ ਕਹਿ ਰਹੇ ਨੇ ਕਿ ਉਹਨਾਂ ਨੇ ਇਹ ਸਹੀ ਨਹੀਂ ਕੀਤਾ, ਇਹ ਬੁਰਾ ਕੀਤਾ ਹੈ। ਪੂਰਬ ਨਿਰਦੈ ਹੋਏ ਸੁਤ ਮਾਰਾ। ਕਹਿੰਦੇ ਵੇਖੋ ਮਹਿਤਾ ਕਾਲੂ ਜੀ ਕੈਸੇ ਨਿਰਦਈ ਨੇ। ਪਹਿਲਾਂ ਨਿਰਦਈ ਹੋ ਕੇ ਆਪਣੇ ਜਵਾਨ ਪੁੱਤਰ ਦੇ ਚਿਹਰੇ ਦੇ ਉੱਤੇ ਚਪੇੜਾਂ ਹਨੀਆਂ ਨੇ, ਚਪੇੜਾਂ ਮਾਰੀਆਂ ਹਨ। ਨ੍ਰਿਪਤੇ ਲੈ ਤਨ ਆਏ ਅਗਾਰਾ। ਕਹਿੰਦੇ ਫਿਰ ਹੈਰਾਨੀ ਦੀ ਗੱਲ ਹੈ, ਕਿਤਨੀ ਸ਼ਰਮਿੰਦਗੀ ਦੀ ਬਾਤ ਹੈ ਕਿ ਨਚੱਕ ਹੋ ਕੇ ਰਾਏ ਬੁਲਾਰ ਕੋਲੋਂ 20 ਰੁਪਈਏ ਲੈ ਕੇ ਘਰ ਆ ਗਏ ਨੇ। ਇਹ ਤਾਂ ਹੱਕ ਨਹੀਂ ਸੀ ਨਾ ਬਣਦਾ। ਜੇ ਉਹਨਾਂ ਦੇ ਪੁੱਤਰ ਨੇ 20 ਰੁਪਇਆਂ ਦਾ ਲੰਗਰ ਲਾਇਆ ਸੀ ਤੇ ਭਲਾ ਰਾਏ ਬੁਲਾਰ ਕੋਲੋਂ 20 ਰੁਪਈਏ ਕਾਹਦੇ ਲੈਣੇ ਸੀ ਇਹਨਾਂ ਨੇ? ਲੋਕ ਗੱਲਾਂ ਕਰਦੇ ਆ, ਕਹਿੰਦੇ ਇਹ ਸਹੀ ਨਹੀਂ ਕੀਤਾ। ਇਹ ਪਿਤਾ ਜੀ ਨੇ 20 ਰੁਪਈਏ ਰਾਏ ਬੁਲਾਰ ਕੋਲੋਂ ਲਏ ਤੇ ਲੈ ਕੇ ਘਰ ਆਏ ਹਨ। ਯੁਗਲ ਕੋ ਕਰਮ ਕੀਨ ਮਨ ਬਿੰਦੈ। ਇਹ ਦੋ ਕਰਮ ਜਿਹੜੇ ਪਿਤਾ ਜੀ ਨੇ ਕੀਤੇ ਨੇ ਸਹੀ ਨਹੀਂ ਕੀਤੇ। ਇੱਕ ਤਾਂ ਨਿਰਦਈ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਮਾਰਨਾ, ਦੂਸਰਾ 20 ਰੁਪਈਏ ਰਾਏ ਬੁਲਾਰ ਕੋ ਲੈ ਕੇ ਘਰ ਆਉਣਾ। ਇਹ ਦੋਵੇਂ ਹੀ ਕੰਮ ਪਿਤਾ ਮਹਿਤਾ ਕਾਲੂ ਜੀ ਨੇ ਸਹੀ ਨਹੀਂ ਕੀਤੇ, ਚੰਗੇ ਨਹੀਂ ਕੀਤੇ। ਜੈ ਤੈ ਕਾਲੂ ਕੋ ਨਰ ਨਿੰਦੈ। ਤਾਂ ਨਨਕਾਣਾ ਸਾਹਿਬ ਦੇ ਬਹੁਤ ਸਾਰੇ ਲੋਕ ਪਿਤਾ ਜੀ ਦੇ ਬਾਬਤ ਏਦਾਂ ਦੀ ਸ਼ਬਦਾਵਲੀ ਵਰਤਦੇ ਹਨ। ਔਰ ਮੈਂ ਸੁਨ ਨਿੰਦਾ ਨਿਜ ਸ਼ਰੋਨਾ। ਜਦੋਂ ਪਿਤਾ ਜੀ ਨੇ ਸੁਣਿਆ ਕਿ ਲੋਕ ਮੈਨੂੰ ਮਾੜਾ ਕਹਿ ਰਹੇ ਨੇ, ਪਤਾ ਤਾਂ ਲੱਗਦਾ ਹੈ, ਭਾਵੇਂ ਲੋਕ ਪਿੱਠ ਪਿੱਛੇ ਵੀ ਗੱਲ ਕਰਨ ਫਿਰ ਵੀ ਪਹੁੰਚ ਹੀ ਜਾਂਦੀ ਹੈ ਨਾ। ਪਿਤਾ ਜੀ ਸੋਚਦੇ ਹੈ
ਕਿ ਨਗਰ ਦੇ ਲੋਕ ਮੇਰੀ ਨਿੰਦਾ ਕਰ ਰਹੇ ਹਨ। ਬੋਲ ਨ ਆਵ ਭਇਓ ਮੁਖ ਮੋਨਾ। ਲੋਕਾਂ ਦੀਆਂ ਗੱਲਾਂ ਸੁਣ ਕੇ ਪਿਤਾ ਜੀ ਨੂੰ ਕੋਈ ਜਵਾਬ ਨਹੀਂ ਔੜਦਾ, ਚੁੱਪ ਕਰਕੇ ਸੁਣਦਿਆਂ ਲੰਘ ਜਾਂਦੇ ਐ। ਜਦੋਂ ਲੋਕ ਗੱਲਾਂ ਕਰਦੇ ਵੀ ਹੋਣ ਤਾਂ ਅਣਸੁਣੀ ਜੀ ਕਰਕੇ ਉਹਨਾਂ ਦੇ ਕੋਲੋਂ ਨੇਤਰ ਨੀਵੇਂ ਪਾ ਕੇ ਲੰਘ ਜਾਂਦੇ ਹਨ। ਦੁੱਖ ਤਰਦੇ ਮੈਂ ਹੋਏ ਕਰ ਭਾਰੀ। ਮਨ ਵਿੱਚ ਪਿਤਾ ਜੀ ਬੜੇ ਦੁਖੀ ਹੋਏ ਨੇ ਕਿ ਮੇਰੇ ਕੋਲੋਂ ਇਹ ਸਹੀ ਕੰਮ ਨਹੀਂ ਹੋਇਆ। ਇੱਕ ਤਾਂ ਮੈਂ ਆਪਣੇ ਲਾਲ ਨੂੰ ਚਪੇੜਾਂ ਮਾਰੀਆਂ ਨੇ, ਦੂਜਾ ਮੈਂ ਰਾਏ ਬੁਲਾਰ ਕੋਲੋਂ 20 ਰੁਪਈਏ ਲੈ ਕੇ ਆਇਆ, ਉਹਨੂੰ ਕੀ ਲੋੜ ਸੀ ਚੱਟੀ ਭਰਨ ਦੀ, ਪੁੱਤਰ ਤਾਂ ਮੇਰਾ। ਏਦਾਂ ਪਿਤਾ ਜੀ ਆਪਣੇ ਮਨ ਵਿੱਚ ਬਹੁਤ ਜ਼ਿਆਦਾ ਗਟੀਆਂ ਤੇ ਗਿਣਤੀਆਂ ਗਿਣਦੇ ਹਨ। ਔਰ ਬਿਸੂਰ ਕਰ ਪੂਰ ਵਿਚਾਰੀ। ਮਨ ਵਿੱਚ ਝੂਰਦੇ ਨੇ, ਮਨ ਵਿੱਚ ਬਹੁਤ ਜ਼ਿਆਦਾ ਝੋਰੇ ਦੇ ਨਾਲ ਝੁਰਦੇ ਹਨ। ਮਰਨ ਪਲੋ ਜੀਵਨ ਤਿਕ ਮੇਰੋ। ਪਿਤਾ ਜੀ ਇੱਥੋਂ ਤੱਕ ਸੋਚ ਲਿਆ, ਕਹਿੰਦੇ ਇਹੋ ਜੀ ਜ਼ਿੰਦਗੀ ਨਾਲੋਂ ਤਾਂ ਮਰ ਜਾਣਾ ਚੰਗਾ। ਵੀ ਲੋਕ ਨਿੰਦਾ ਕਰਦੇ ਨੇ ਮੇਰੇ ਬਾਬਤ, ਏਦਾਂ ਦੇ ਸ਼ਬਦ ਕਹਿ ਰਹੇ ਨੇ ਵੀ ਮਹਿਤਾ ਕਾਲੂ ਜੀ ਮਾੜੇ ਨੇ, ਲੋਭੀ ਨੇ, ਧਨ ਦੇ ਲਾਲਚੀ ਨੇ, ਏਦਾਂ ਦੀਆਂ ਗੱਲਾਂ ਕਰਦੇ। ਕਹਿੰਦੇ ਇਹੋ ਜੀ ਜ਼ਿੰਦਗੀ ਨਾਲੋਂ ਤਾਂ ਮਰਨਾ ਭਲਾ ਕਿ ਲੋਕ ਨਿੰਦਾ ਕਰਨ ਤੇ ਫਿਰ ਵੀ ਜੀਵੀਏ। ਜੈ ਤੈ ਅਪਜਸ ਭਇਓ ਕਨੇਰੋ। ਜਿੱਥੇ ਕਿੱਥੇ ਸਾਰੇ ਪਾਸੇ ਮੇਰਾ ਵੱਡਾ ਭਾਰੀ ਅਪਜਸ ਹੋ ਰਿਹਾ ਹੈ, ਵੱਡਾ ਭਾਰੀ ਅਨਾਦਰ ਹੋ ਰਿਹਾ ਹੈ। ਲੇ ਕਰ ਦਰਬ ਬੁਲਾਰ ਅਗਾਰਾ। ਪਿਤਾ ਜੀ ਨੇ ਆਖਿਆ ਹੁਣੇ ਮੈਂ ਪੈਸੇ ਆਪਣੇ ਕੋਲ ਨਹੀਂ ਰੱਖਣੇ, ਜਿਆਦੀ ਨਿੰਦਾ ਮੇਰੀ ਇਸ ਕਰਕੇ ਹੋ ਰਹੀ ਹੈ ਕਿ ਮੈਂ ਰਾਏ ਬੁਲਾਰ ਕੋਲੋਂ 20 ਰੁਪਈਏ ਲੈ ਕੇ ਆਇਆ ਹਾਂ, ਇਹਦੇ ਕਰਕੇ ਮੇਰੀ ਜ਼ਿਆਦਾ ਨਿੰਦਾ ਹੋ ਰਹੀ ਹੈ। ਇਹ ਸੋਚ ਕੇ ਪਿਤਾ ਜੀ ਨੇ ਉਹ 20 ਰੁਪਈਏ ਲਏ ਹਨ। ਜਾਏ ਪਾਸ ਮੁਖ ਬਚਨੀ ਉਚਾਰਾ। ਰਾਏ ਬੁਲਾਰ ਕੋਲ ਪਹੁੰਚੇ ਹਨ ਪਿਤਾ ਜੀ, ਔਰ ਰਾਏ ਬੁਲਾਰ ਕੋਲ ਜਾ ਕੇ ਪਿਤਾ ਮਹਿਤਾ ਕਾਲੂ ਜੀ ਨੇ ਇਸ ਤਰ੍ਹਾਂ ਬਚਨ ਕਹੇ। ਭੂਪਤ ਲੀਜੇ ਆਪਣੋ ਦਰਬਾਰ। ਉਹ 20 ਰੁਪਈਏ ਅੱਗੇ ਕੀਤੇ, ਅੱਗੇ ਕਰਕੇ ਆਖਿਆ ਰਾਏ ਜੀ ਆ ਲੋ ਤੁਹਾਡੇ 20 ਰੁਪਈਏ, ਤੁਸੀਂ ਆਪਣੇ 20 ਰੁਪਈਏ ਰੱਖ ਲਓ, ਇਹ ਪੈਸੇ ਤੁਹਾਡੇ ਨੇ, ਇਹ ਤੁਸੀਂ ਆਪਣੇ ਕੋਲ ਰੱਖ ਲਵੋ। ਨਿੰਦਾ ਕਰਤ ਨਗਰ ਮਮ ਸਰਬਾ। ਕਿਉਂਕਿ ਇਹਨਾਂ 20 ਰੁਪਇਆਂ ਤੇ ਮੇਰਾ ਕੋਈ ਹੱਕ ਨਹੀਂ ਹੈ। ਜਿਸ ਦਿਨ ਤੋਂ ਮੈਂ ਇਹ ਲੈ ਕੇ ਗਿਆ, ਨਗਰ ਦੇ ਲੋਕ ਮੇਰੀ ਨਿੰਦਾ ਕਰ ਰਹੇ ਨੇ, ਲੋਕ ਮੇਰੇ ਬਾਬਤ ਬੁਰੇ ਭਲੇ ਬੋਲ ਕਹਿ ਰਹੇ ਹਨ। ਕਹਿਤ ਨਿਰਪਤ ਚਿਤ ਰੋਸ ਬਿਸਾਰੀ। ਜਦੋਂ ਪਿਤਾ ਜੀ ਦੀ ਇਹ ਬੇਨਤੀ ਸੁਣੀ ਨਾ ਰਾਏ ਬੁਲਾਰ ਜੀ ਨੇ, ਕਹਿਣ ਲੱਗੇ ਮਹਿਤਾ ਕਾਲੂ ਜੀ ਤੁਸੀਂ ਆਪਣੇ ਮਨ 'ਚ ਕਿਸੇ ਦੀ ਕਈ ਗੱਲ ਦਾ ਰੋਸ ਨਾ ਕਰੋ, ਤੁਸੀਂ ਆਪਣੇ ਮਨ ਦਾ ਰੰਜ ਤੇ ਰੋਸ ਦੂਰ ਕਰ ਦਿਓ। ਕਮਲ ਨੈਣ ਤੇ ਲੀਨ ਉਧਾਰੇ। ਇਹ ਪੈਸੇ ਮੇਰੇ ਨਹੀਂ ਹਨ, ਰਾਏ ਬੁਲਾਰ ਜੀ ਕਹਿੰਦੇ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰਾਏ ਬੁਲਾਰ ਜੀ ਕਹਿੰਦੇ ਪੈਸੇ ਮੇਰੇ ਨਹੀਂ ਹਨ, ਇਹ ਪੈਸੇ ਮੈਂ ਕਮਲ ਨੈਣ ਸਤਿਗੁਰੂ ਗੁਰੂ ਨਾਨਕ ਸਾਹਿਬ ਕੋਲੋਂ ਉਧਾਰੇ ਲਏ ਸਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸ਼ਰਧਾ ਹੋਣੀ ਚਾਹੀਏ ਰਾਏ ਬੁਲਾਰ ਵਰਗੀ ਸਤਿਗੁਰਾਂ ਪ੍ਰਤੀ। ਰਾਏ ਬੁਲਾਰ ਜੈਸੀ ਐਸੀ ਸ਼ਰਧਾ ਹਿਰਦੇ 'ਚ ਵਸਾਉਣੀ ਆ ਗੁਰੂ ਕੇ ਸਿੱਖ ਨੇ ਆਪਣੇ ਗੁਰੂ ਬਾਬਤ। ਰਾਏ ਬੁਲਾਰ ਜੀ ਕਹਿੰਦੇ ਆ ਮਹਿਤਾ ਕਾਲੂ ਜੀ ਇਹ 20 ਰੁਪਈਏ ਮੈਂ ਕਮਲ ਨੈਣ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲੋਂ ਉਧਾਰੇ ਲਏ ਸਨ। ਸੋ ਦੀਨੇ ਜਾਓ ਨਿਜ ਸ਼ਾਲਾ। ਮੈਂ ਉਹ 20 ਰੁਪਈਏ ਤੁਹਾਨੂੰ ਵਾਪਸ ਮੋੜੇ ਨੇ, ਉਧਾਰ ਵਾਪਸ ਪਰਤਾਇਆ। ਤੇ ਮਹਿਤਾ ਕਾਲੂ ਜੀ ਪਟਵਾਰੀ ਜੀ ਤੁਸੀਂ ਬੇਫਿਕਰ ਹੋ ਕੇ ਆਪਣੇ ਘਰੇ ਪੈਸੇ ਲੈ ਕੇ ਜਾਓ, ਇਹ ਹੈ ਨਹੀਂ ਗੁਰੂ ਨਾਨਕ ਸਾਹਿਬ ਦੇ ਤੇ ਉਹਨਾਂ ਦੇ ਘਰ ਹੀ ਗਏ ਹਨ। ਪੁਨ ਨਾ ਕ੍ਰੋਧ ਕਰ ਸੰਗ ਕਿਰਪਾਲਾ। ਪਰ ਹਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਪਟਵਾਰੀ ਜੀ, ਮੇਰੇ ਸਾਹਿਬ ਤੇ ਕਦੇ ਮੁੜ ਕੇ ਗੁੱਸਾ ਨਾ ਕਰਿਓ, ਮੇਰੇ ਮਾਲਕ ਦੇ ਉੱਤੇ ਕਦੇ ਕ੍ਰੋਧ ਨਾ ਕਰੀ, ਉਹਨਾਂ ਨੂੰ ਕਦੇ ਕਰੂਰ ਜਾਂ ਕਰੜੇ ਬੋਲ ਨਾ ਬੋਲੀ। ਜਬ ਕੋ ਜਨਮਿਓ ਇਨ ਸੁਧ ਪਾਈ। ਜਦੋਂ ਦੇ ਇਹ ਜਨਮ ਲੈ ਕੇ ਪ੍ਰਕਾਸ਼ ਧਾਰਨ ਕਰਕੇ ਆਏ ਐ। ਪਿਤਾ ਜੀ ਅੱਗੋਂ ਬੋਲੇ, ਕਹਿੰਦੇ ਰਾਏ ਬੁਲਾਰ ਜੀ ਤੁਸੀਂ ਕਹਿੰਦੇ ਹੋ 20 ਰੁਪਈਏ ਤੁਸੀਂ ਗੁਰੂ ਨਾਨਕ ਸਾਹਿਬ ਕੋਲੋਂ ਉਧਾਰ ਲਏ ਨੇ, ਇਹ ਦੱਸੋ ਵੀ ਮੈਂ ਤਾਂ ਜਦੋਂ ਦਾ ਵੇਖ ਰਿਹਾ ਵੀ ਇਹਨਾਂ ਨੇ ਜਨਮ ਲੈਣ ਤੋਂ ਬਾਅਦ ਜਦੋਂ ਦੀ ਹੋਸ਼ ਸੰਭਾਲੀ ਐ ਸੁੱਧ ਵਿੱਚ ਆਏ ਨੇ,
ਇੱਕ ਬਿਰਾਟਿਕਾ ਕਬ ਨ ਖਟਾਈ। ਇਹਨਾਂ ਨੇ ਅੱਜ ਤਾਈਂ ਕਦੇ ਇੱਕ ਕੌਡੀ ਤਾਂ ਖੱਟ ਕੇ ਲਿਆਂਦੀ ਨਹੀਂ, ਤੁਹਾਨੂੰ ਕਿਹੜੇ ਵੇਲੇ 20 ਰੁਪਏ ਦੇ ਗਏ? ਤੁਸੀਂ ਕਹਿੰਦੇ ਉਧਾਰ ਲਏ ਆ ਮੈਂ ਗੁਰੂ ਨਾਨਕ ਸਾਹਿਬ ਕੋਲੋਂ। ਵੀ ਜਦੋਂ ਦਾ ਇਹਨਾਂ ਨੇ ਜਨਮ ਲਿਆ ਤੇ ਜਨਮ ਲੈ ਕੇ ਸੁੱਧ ਸੰਭਾਲੀ ਹੈ, ਇਹਨਾਂ ਨੇ ਅੱਜ ਤਾਈਂ ਇੱਕ ਵੀ ਕੌਡੀ ਤੱਕ ਵਿਹਾਜ ਕੇ ਨਹੀਂ ਲਿਆਂਦੀ। ਆਨ ਕਹਾਂ ਤੇ ਦੀਨ ਉਧਾਰਾ। ਇਹ ਬੜੀ ਮੈਂ ਹੈਰਾਨੀ ਵਾਲੀ ਗੱਲ ਸੁਣ ਰਿਹਾ ਤੁਹਾਡੇ ਕੋਲੋਂ। ਜੇ ਅੱਜ ਤਾਈਂ ਇਹਨੇ ਇੱਕ ਕੌਡੀ ਨਹੀਂ ਕਮਾਈ ਤੇ ਤੁਹਾਨੂੰ ਭਲਾ ਆ ਕੇ ਇਹਨਾਂ ਨੇ ਉਧਾਰ ਕਿੱਥੋਂ ਦੇ ਦਿੱਤਾ? ਤੁਹਾਨੂੰ ਕਿੱਥੇ ਆ ਕੇ ਉਧਾਰ ਦੇ ਕੇ ਗਏ ਹਨ? ਧਨ ਖੱਟੇ ਤੇ ਉਹ ਕਿਉਂ ਹੋਏ ਹੈ ਰਾਰਾ। ਰੌਲਾ ਤਾਂ ਸਾਰਾ ਪੈਸਿਆਂ ਦਾ। ਜੇ ਪੈਸਾ ਕਮਾਵੇ, ਧਨ ਕਮਾਵੇ, ਫਿਰ ਤਾਂ ਕੋਈ ਝਗੜਾ ਹੀ ਕੋਈ ਨਹੀਂ। ਜੇ ਤੇਰੇ ਵਰਗੇ ਰਾਜਿਆਂ ਨੂੰ ਵੀ ਉਧਾਰ ਦੇਣ ਲੱਗ ਪਏ, ਇੰਨਾ ਪੈਸਾ ਕਮਾਵੇ, ਫਿਰ ਤਾਂ ਕੋਈ ਲੜਾਈ ਨਹੀਂ, ਫਿਰ ਤਾਂ ਕੋਈ ਝਗੜਾ ਨਹੀਂ। ਝਗੜਾ ਤਾਂ ਇਸ ਗੱਲ ਦਾ ਵੀ ਕਮਾਉਂਦਾ ਕੋਈ ਨਹੀਂ, ਉਜਾੜਦਾ ਜ਼ਰੂਰ ਹੈ, ਉਜਾੜ ਕੇ ਜ਼ਰੂਰ ਆਉਂਦਾ। ਪਰ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਇਹਨੇ ਧਨ ਦਿੱਤਾ। ਜੇ ਧਨ ਕਮਾਉਂਦਾ ਹੁੰਦਾ ਤਾਂ ਫਿਰ ਇਹ ਲੜਾਈ ਕਿਸ ਗੱਲ ਦੀ ਹੁੰਦੀ? ਸੁਨ ਕਾਲੂ ਤੁਝ ਕੋ ਸੁਧ ਨਾਹੀ। ਜਦੋਂ ਪਿਤਾ ਜੀ ਨੇ ਬਚਨ ਕਹੇ, ਸੁਣ ਕੇ ਅੱਗੋਂ ਰਾਏ ਬੁਲਾਰ ਜੀ ਬੋਲੇ, ਕਹਿਣ ਲੱਗੇ ਮਹਿਤਾ ਕਾਲੂ ਜੀ ਤੁਹਾਨੂੰ ਇਸ ਗੱਲ ਦੀ ਖਬਰ ਨਹੀਂ ਹੈ, ਤੁਹਾਨੂੰ ਇਸ ਗੱਲ ਦੀ ਖਬਰ ਨਹੀਂ ਹੈ, ਤੁਸੀਂ ਇਸ ਬਾਰੇ ਨਹੀਂ ਜਾਣਦੇ। ਮਾਇਆ ਜਿਤੀ ਪਿਖੋਂ ਜਗ ਸਾਈ। ਇਹ ਜਿਤਨੀ ਮਾਇਆ ਸਾਰੇ ਸੰਸਾਰ ਦੇ ਵਿੱਚ ਵਰਤ ਰਹੀ ਹੈ, ਜਿਤਨੀ ਵੀ ਮਾਇਆ ਹੈ, ਇਹ ਸਾਰੇ ਜਗਤ ਦੇ ਵਿੱਚ ਜਿਤਨੀ ਮਾਇਆ, ਚਾਹੇ ਉਹ ਜੜ ਹੈ ਤੇ ਚਾਹੇ ਉਹ ਚੇਤਨ ਹੈ, ਜਿਤਨੀ ਵੀ ਮਾਇਆ ਇਸ ਸਾਰੇ ਜਗਤ ਦੇ ਵਿੱਚ ਵਰਤ ਰਹੀ ਹੈ, ਸਭ ਵਰਤੇ ਨਾਨਕ ਅਨੁਸਾਰੀ। ਉਹ ਸਾਰੀ ਮਾਇਆ ਗੁਰੂ ਨਾਨਕ ਸਾਹਿਬ ਦੇ ਅਨੁਸਾਰੀ ਹੋ ਕੇ ਵਰਤਦੀ ਹੈ। ਸਾਰੀ ਮਾਇਆ ਦੇ ਪਤੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਹਨ। ਜਿਤਨੀ ਮਾਇਆ ਸਾਰੇ ਜਗਤ ਵਿੱਚ ਵਰਤ ਰਹੀ ਹੈ, ਉਸ ਮਾਇਆ ਦੇ ਸੁਆਮੀ, ਉਸ ਮਾਇਆ ਦੇ ਪਤੀ, ਉਸ ਮਾਇਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਨ। ਇਸ ਕਰਕੇ ਇਹ ਜਿਹੜੀ ਜੜ ਮਾਇਆ 20 ਰੁਪਏ, ਇਹ ਵੀ ਗੁਰੂ ਨਾਨਕ ਸਾਹਿਬ ਦੇ ਖਜ਼ਾਨਿਆਂ ਚੋਂ ਮੈਨੂੰ ਪ੍ਰਾਪਤ ਹੋਈ ਹੈ। ਉਹਨਾਂ ਦੇ ਖਜ਼ਾਨਿਆਂ ਚੋਂ ਲੈ ਕੇ ਮੈਂ ਤੁਹਾਨੂੰ ਦਿੱਤੀ ਹੈ। ਤੇ ਫਿਰ ਹੋਈ ਨਾ ਉਧਾਰ। ਮੈਂ ਤਾਂ ਵਰਤਣ ਵਾਲਾ ਸੀ, ਮੈਂ ਤਾਂ ਕੇਵਲ ਵਰਤਣ ਵਾਲਾ ਸੀ। ਮਾਇਆ ਤਾਂ ਸਤਿਗੁਰਾਂ ਦੀ ਹੈ ਤੇ ਉਹਨਾਂ ਦੀ ਮਾਇਆ ਮੈਂ ਉਹਨਾਂ ਦੇ ਘਰ ਨੂੰ ਹੀ ਵਾਪਸ ਪਰਤਾਈ ਹੈ। ਪਤੀ ਰਜਾਏ ਜਿਉ ਪਤ ਬ੍ਰਤ ਨਾਰੀ। ਇਹ ਮਾਇਆ ਗੁਰੂ ਨਾਨਕ ਸਾਹਿਬ ਦੇ ਅਨੁਸਾਰੀ ਹੋ ਕੇ ਏਦਾਂ ਵਰਤਦੀ ਹੈ ਜਿਵੇਂ ਕੋਈ ਪਤੀ ਵਰਤ ਧਰਮ ਦੀ ਪਾਲਣਾ ਕਰਨੇ ਵਾਲੀ ਕੋਈ ਇਸਤਰੀ ਆਪਣੇ ਪਤੀ ਦੀ ਆਗਿਆ ਦੇ ਵਿੱਚ ਵਰਤਦੀ ਹੈ। ਇਹ ਮਾਇਆ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਅਨੁਸਾਰੀ ਹੈ ਜਿਵੇਂ ਕੈਸਾ ਸੁੰਦਰ ਪ੍ਰਮਾਣ ਦਿੱਤਾ ਹੈ, ਕੈਸੀ ਸੁੰਦਰ ਉਦਾਹਰਣ ਦਿੱਤੀ ਹੈ। ਕਹਿੰਦੇ ਜਿਵੇਂ ਕੋਈ ਪਤੀ ਵਰਤ ਇਸਤਰੀ, ਜੋ ਪਤੀ ਵਰਤ ਧਰਮ ਦੀ ਪਾਲਣਾ ਕਰਨੇ ਵਾਲੀ ਇਸਤਰੀ ਆਪਣੇ ਪਤੀ ਦੀ ਆਗਿਆ ਦੇ ਅਨੁਸਾਰੀ ਹੋ ਕੇ ਵਰਤਦੀ ਹੈ, ਕਹਿੰਦੇ ਏਦਾਂ ਇਹ ਸਾਰੀ ਮਾਇਆ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਉਹਨਾਂ ਦੇ ਅਨੁਸਾਰੀ ਹੋ ਕੇ ਵਰਤਦੀ ਹੈ। ਸੰਪਤ ਸਰਬ ਤੁਰੰਗ ਮਤੰਗਾ। ਜਿਤਨੀ ਸੰਪਤੀ ਹੈ, ਜਿਤਨੇ ਹਾਥੀ ਘੋੜੇ, ਜੋ ਕੁਝ ਵੀ ਹੈ ਮੇਰੇ ਕੋਲ, ਸਿਅੰਦਨ ਉਹ ਸੁਖ ਪਾਲ ਸੁਰੰਗਾ। ਜਿਤਨੀਆਂ ਰੱਥਾਂ ਨੇ, ਜਿਤਨੀਆਂ ਪਾਲਕੀਆਂ ਨੇ, ਜੋ ਜੋ ਰੰਗ ਬਰੰਗੀਆਂ ਮੇਰੇ ਕੋਲ ਪਾਲਕੀਆਂ ਹਨ, ਔਰ ਜੇ ਮੁਝ ਘਰ ਸਭ ਵਡਿਆਈ। ਇਹਦੇ ਤੋਂ ਇਲਾਵਾ ਮੇਰੇ ਘਰ ਵਿੱਚ ਪਟਵਾਰੀ ਸਾਹਿਬ ਜਿੰਨੀਆਂ ਵੀ ਵਡਿਆਈਆਂ ਨੇ, ਇਹ ਮਹਿਲ ਮਾੜੀਆਂ ਸੰਪਦਾ ਵਿਭੂਤੀ ਜੋ ਕੁਝ ਵੀ ਮੇਰੇ ਪਾਸ ਹੈ, ਕਮਲ ਨੈਣ ਕੀ ਕਰੁਣਾ ਪਾਈ। ਇਹ ਸਭ ਕੁਝ ਮੈਨੂੰ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਪ੍ਰਾਪਤ ਹੋਇਆ। ਉਹਨਾਂ ਦੀ ਕਿਰਪਾ ਨਾਲ ਹੀ ਮੇਰੇ ਕੋਲ ਹੈ। ਇਹ ਕਮਲ ਨੈਣ, ਕਿਉਂਕਿ ਰਾਏ ਬੁਲਾਰ ਜੀ ਨਾ ਸਤਿਗੁਰਾਂ ਨੂੰ ਕਮਲ ਨੈਣ ਕਹਿ ਕੇ ਸੰਬੋਧਨ ਕਰਦੇ ਸੀ। ਕਮਲ ਨੈਣ ਤੇਰੇ ਬੰਕੇ ਲੋਇਣ
ਦੰਤਰੀ ਸਾਲਾ ਸੋਹਣੇ ਨਕ ਜਿਨ ਲਮੜੇ ਵਾਲਾ। ਸਤਿਗੁਰੂ ਜੀ ਦੇ ਨੇਤਰ ਬੜੇ ਸੁੰਦਰ ਨੇ ਤੇ ਸਤਿਗੁਰਾਂ ਦੇ ਸੋਹਣੇ ਨੇਤਰਾਂ ਨੂੰ ਵੇਖ ਕੇ ਰਾਏ ਬੁਲਾਰ ਜੀ ਕਹਿੰਦੇ ਕਮਲ ਨੈਣ ਇਹ ਮੇਰੇ ਕੋਲ ਜੋ ਕੁਝ ਵੀ ਹੈ ਸੰਪਦਾ ਵਿਭੂਤੀ ਰਥਾਂ ਘੋੜੇ ਹਾਥੀ ਜੋ ਕੁਝ ਵੀ ਹੈ ਇਹ ਸਭ ਕੁਝ ਮੈਨੂੰ ਕਮਲ ਨੈਣ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੋਇਆ, ਉਹਨਾਂ ਦੀ ਦਇਆ ਨਾਲ ਪ੍ਰਾਪਤ ਹੋਇਆ। ਸੋਰਠਾ ਅਸ ਬਿਦ ਰਾਏ ਬੁਲਾਰ ਕਾਲੂ ਕੋ ਸਮਝਾਵਈ। ਇਸ ਪ੍ਰਕਾਰ ਨਾਲ ਰਾਏ ਬੁਲਾਰ ਜੀ ਪਿਤਾ ਮਹਿਤਾ ਕਾਲੂ ਜੀ ਨੂੰ ਸਮਝਾਉਂਦੇ ਐ। ਪਿਤਾ ਮਹਿਤਾ ਕਾਲੂ ਜੀ ਦੇ ਅੰਦਰ ਸ਼ਰਧਾ ਦਾ ਬੀਜ ਬੀਜਦੇ ਹਨ। ਬਰ ਸ਼ਰਧਾ ਉਰ ਧਾਰ ਪਰਮ ਪ੍ਰੇਮ ਉਪਜਾਵਈ। ਕਹਿੰਦੇ ਆਪਣੇ ਹਿਰਦੇ ਵਿੱਚ ਇਸ ਸ੍ਰੇਸ਼ਟ ਸ਼ਰਧਾ ਨੂੰ ਧਾਰਨ ਕਰੋ ਕਿਉਂਕਿ ਸ਼ਰਧਾ ਹੀ ਅੱਗੇ ਜਾ ਕੇ ਪ੍ਰੇਮ ਦਾ ਰੂਪ ਧਾਰਦੀ ਹੈ। ਯਾਦ ਰੱਖਿਓ ਗੁਰਮੁਖੋ, ਜਦੋਂ ਤੱਕ ਗੁਰੂ ਪਾਤਸ਼ਾਹ ਪ੍ਰਤੀ ਸਿੱਖ ਅੰਦਰ ਸ਼ਰਧਾ ਨਹੀਂ ਉਪਜੇਗੀ, ਬਿਨਾਂ ਸ਼ਰਧਾ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੇਮ ਪੈਦਾ ਨਹੀਂ ਹੋਵੇਗਾ। ਜੇ ਕੋਈ ਕਹੇ ਕਿ ਪ੍ਰੇਮ ਦਾ ਬੀਜ ਕਿਹੜਾ ਹੈ, ਜਿੱਥੋਂ ਪ੍ਰੇਮ ਉਤਪਨ ਹੁੰਦਾ ਹੈ, ਤਾਂ ਉਸ ਪ੍ਰੇਮ ਦਾ ਬੀਜ ਹੈ ਆਪਣੇ ਗੁਰੂ ਤੇ ਰੱਖੀ ਹੋਈ ਅਟੁੱਟ ਸ਼ਰਧਾ, ਵਿਸ਼ਵਾਸ, ਪ੍ਰਤੀਤ, ਯਕੀਨ, ਨਿਸ਼ਚਾ। ਰਾਏ ਬੁਲਾਰ ਜੀ ਕਹਿ ਰਹੇ ਨੇ ਮਹਿਤਾ ਕਾਲੂ ਜੀ ਜੇ ਆਪਣੇ ਹਿਰਦੇ 'ਚ ਗੁਰੂ ਸਾਹਿਬ ਪ੍ਰਤੀ ਸ੍ਰੇਸ਼ਟ ਸ਼ਰਧਾ ਰੱਖੋਗੇ ਤਾਂ ਉਹੀ ਸ੍ਰੇਸ਼ਟ ਸ਼ਰਧਾ ਤੁਹਾਡੇ ਅੰਦਰ ਗੁਰੂ ਪ੍ਰਤੀ ਪ੍ਰੇਮ ਪੈਦਾ ਕਰੇਗੀ। ਦੋਹਰਾ ਬਦਨ ਇੰਦ ਛਬ ਮਦਨ ਸਮ ਕਦਨ ਕਲੁਖ ਦੁਖ ਮੰਦ। ਮਾਂ ਕਵੀ ਜੀ ਗੁਰੂ ਨਾਨਕ ਸਾਹਿਬ ਦੇ ਸੋਹਣੇ ਮੁਖੜੇ ਨੂੰ ਵੇਖ ਕੇ ਤੇ ਮੰਗਲ ਕਰ ਰਹੇ ਨੇ। ਕਹਿੰਦੇ ਕਿਹੋ ਜਿਹਾ ਮੁਖੜਾ ਗੁਰੂ ਬਾਬਾ ਜੀ ਦਾ। ਬਦਨ ਇੰਦ, ਇੰਦ ਕਹਿੰਦੇ ਆ ਚੰਨ ਨੂੰ, ਕਹਿੰਦੇ ਜਿਵੇਂ ਚੰਦਰਮਾ ਦਾ ਰੂਪ ਹੈ, ਚੰਦਰਮਾ ਦੇ ਸਮਾਨ ਛਵੀ ਵਾਲਾ ਸੁੰਦਰ ਮੁਖੜਾ ਹੈ ਗੁਰੂ ਨਾਨਕ ਸਾਹਿਬ ਦਾ। ਮਦਨ ਸਾਮ, ਮਦਨ ਕਾਮਦੇਵ ਨੂੰ ਕਹਿੰਦੇ ਹੈ। ਕਾਮਦੇਵ ਕਹਿੰਦੇ ਸੁੰਦਰ ਹੈ, ਕਹਿੰਦੇ ਕਾਮਦੇਵ ਦੀ ਸੁੰਦਰਤਾ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੁੰਦਰਤਾ ਦੇ ਸਾਹਮਣੇ ਫਿੱਕੀ ਪ੍ਰਤੀਤ ਹੁੰਦੀ ਹੈ। ਕਦਨ ਕਲੁਖ ਦੁਖ ਮੰਦ, ਜਿੰਨੇ ਵੀ ਦੁੱਖ ਨੇ, ਕਲੁਖ ਪਾਪ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣਿਆਂ ਸੇਵਕਾਂ ਦੇ ਸਾਰੇ ਪਾਪਾਂ ਨੂੰ, ਸਾਰਿਆਂ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਨ। ਹਾਂਜੀ। ਸਵੇਛਾ ਹੋਏ ਵਿਚਰਤ ਨਗਰ ਜਗਤ ਭਗਤ ਦਾ ਆਨੰਦ। ਆਪਣੀ ਸਵੈ ਇੱਛਾ ਨਾਲ ਧੰਨ ਗੁਰੂ ਨਾਨਕ ਸਾਹਿਬ ਹੁਣ ਵਿਚਰਦੇ। ਹੁਣ ਪਿਤਾ ਜੀ ਵੀ ਕਹਿੰਦੇ ਨਹੀਂ ਕੁਝ, ਪਤਾ ਅੱਗੇ ਪਹਿਲਾਂ ਬਹੁਤ ਪੰਡੀ ਹੋਈ। ਸਤਿਗੁਰੂ ਜੀ ਆਪਣੀ ਸਵੈ ਇੱਛਾ ਨਾਲ ਸਾਰੇ ਨਗਰ ਵਿੱਚ ਜਿੱਥੇ ਦਿਲ ਕਰਦਾ ਉੱਥੇ ਵਿਚਰਦੇ ਹਨ, ਜੋ ਆਪਣਿਆਂ ਸੇਵਕਾਂ ਨੂੰ ਭਗਤੀ ਦਾ ਆਨੰਦ ਵੰਡਣ ਵਾਲੇ ਹਨ। ਦੋਹਰਾ ਅਮਰਦਾਸ ਸ਼੍ਰੀ ਗੁਰ ਸੁਖ ਦੇ ਸਤ ਸਰੂਪ ਅਨੂਪ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਗੁਰਦੇਵ, ਉਹਨਾਂ ਦਾ ਮੰਗਲ ਕਰਦੇ ਆ ਮਾਂ ਕਵੀ ਜੀ। ਸਤਿਗੁਰੂ ਜੀ ਸੁੱਖਾਂ ਦੇ ਦੇਣ ਵਾਲੇ ਨੇ, ਸੁਖਦ ਸਤ ਸਵਰੂਪ ਨੇ। ਗੁਰੂ ਅਮਰਦਾਸ ਸਾਹਿਬ ਦਾ ਸਵਰੂਪ ਸਤ ਹੈ, ਅਨੂਪ ਉਪਮਾ ਤੋਂ ਰਹਿਤ ਹੈ। ਸਿੱਖਨ ਕੇ ਮਨ ਗਿਆਨ ਦਾ ਗਤ ਉਦਾਰ ਵੱਡ ਭੂਪ। ਆਪਣਿਆਂ ਸਿੱਖਾਂ ਦੇ ਮਨਾਂ ਵਿੱਚ ਗਿਆਨ ਪੈਦਾ ਕਰਨ ਵਾਲੇ ਨੇ, ਮੁਕਤੀ ਦੇ ਦਾਤੇ ਨੇ,
ਔਰ ਰਾਜਿਆਂ ਦੇ ਰਾਜੇ ਅਧੀ ਰਾਜਾ ਹਨ। ਸ੍ਰੀ ਬਾਲਾ ਸੰਧੂ ਵਾਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸੁਣਾ ਰਹੇ ਹਨ। ਪੁਚੰਗ ਪ੍ਰਿਆਤ ਚੰਦ ਸੁਤਾ ਨਾਨਕੀ ਜੋ ਹੋਤੀ ਤਾਮ ਕਾਲੂ। ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਜੋ ਉਹਨਾਂ ਦੀ ਵੱਡੀ ਸੁਪੁੱਤਰੀ ਹੈ ਬੇਬੇ ਨਾਨਕੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੱਡੀ ਭੈਣ ਹੈ ਬੇਬੇ ਨਾਨਕੀ। ਏਦਾਂ ਕਹਿ ਸਕਦੇ ਹਾਂ ਬੇਬੇ ਨਾਨਕੀ ਉਹ ਭਗਤੀ ਦੀ ਮੂਰਤ ਹੈ ਜਿਸ ਭਗਤੀ ਦਾ ਇੱਕ ਇੱਕ ਕਿਣਕਾ ਮਾਤਰ ਵੀ ਜੇ ਕਿਸੇ ਪ੍ਰਾਣੀ ਨੂੰ ਪ੍ਰਾਪਤ ਹੋ ਜਾਏ ਤਾਂ ਉਹਦਾ ਜੀਵਨ ਧਨ ਹੋ ਜਾਏ। ਬੇਬੇ ਨਾਨਕੀ ਭਗਤੀ ਦੀ ਉਹ ਪ੍ਰਤੱਖ ਮੂਰਤ ਹੈ ਇਸ ਧਰਤੀ ਤੇ ਜਿਸ ਨੇ ਗੁਰੂ ਨਾਨਕ ਸਾਹਿਬ ਦੀ ਭਗਤੀ ਕੀਤੀ ਹੈ। ਭਾਵੇਂ ਕਿ ਰਿਸ਼ਤੇ 'ਚ ਵੱਡੀ ਭੈਣ ਹੈ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਵੀਰ, ਆਪਣਾ ਪਰਮੇਸ਼ਵਰ, ਆਪਣਾ ਕਰਤਾਰ ਜਾਣ ਕੇ ਬੇਬੇ ਨਾਨਕੀ ਨੇ ਭਗਤੀ ਕੀਤੀ ਹੈ। ਪਰਿਵਾਰ ਦੇ ਵਿੱਚ ਕਈਆਂ ਦੇ ਜੀ ਡੋਲ ਜਾਂਦੇ ਰਹੇ ਨੇ, ਅੱਗੇ ਕਥਾ ਆਵੇਗੀ, ਪਰ ਬੇਬੇ ਨਾਨਕੀ ਦਾ ਹਿਰਦਾ ਉਹ ਅਡੋਲ ਹਿਰਦਾ ਹੈ ਜਿਸ ਦੇ ਹਿਰਦੇ 'ਚ ਕਦੇ ਵੀ ਡਾਵਾਂ ਡੋਲਤਾ ਪੈਦਾ ਨਹੀਂ ਹੋਈ। ਵੇਈ ਨਦੀ ਦੇ ਵਿੱਚ ਲੋਕਾਂ ਨੇ ਕਿਹਾ ਸੀ ਡੁੱਬ ਗਏ ਨੇ ਨਾਨਕ ਜੀ, ਪਰ ਧੰਨ ਸੀ ਬੇਬੇ ਨਾਨਕੀ ਜੀ ਨੇ ਆਖਿਆ ਸੀ ਜਿਹੜਾ ਦੁਨੀਆ ਨੂੰ ਤਾਰਨ ਆਇਆ ਉਹ ਕਦੇ ਆਪ ਨਹੀਂ ਡੁੱਬ ਸਕਦਾ। ਸਤਿ ਸ੍ਰੀ ਅਕਾਲ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਨੇ ਬੇਬੇ ਨਾਨਕੀ ਜੀ। ਪਿਤਾ ਮਹਿਤਾ ਕਾਲੂ ਜੀ ਦੀ ਵੱਡੀ ਸੁਪੁੱਤਰੀ ਹੈ। ਗੁਣੰ ਖਾਨ ਮਾਨੋ ਸਰੂਪੰ ਬਿਸਾਲੂ। ਕਿਹੋ ਜਿਹੇ ਨੇ ਬੇਬੇ ਨਾਨਕੀ ਜੀ? ਗੁਣਾਂ ਦੀ ਖਾਨ ਨੇ। ਕਿਹੜਾ ਐਸਾ ਗੁਣ ਹੈ ਜਿਹੜਾ ਬੇਬੇ ਨਾਨਕੀ 'ਚ ਨਾ ਹੋਵੇ? ਸਤ, ਸੰਤੋਖ, ਦਇਆ, ਖੇਮਾ, ਉਪਰਾਮਤਾ, ਮੈਤਰੀ, ਕਰੁਣਾ, ਮੁੱਦਤਾ, ਇਹ ਜਿਤਨੇ ਵੀ ਸ਼ੁਭ ਗੁਣ ਨੇ, ਜਿੰਨੇ ਸ਼ੁਭ ਗੁਣਾਂ ਦੀ ਵਿਆਖਿਆ ਜਿਤਨੇ ਧਰਮ ਗ੍ਰੰਥਾਂ 'ਚ ਕੀਤੀ ਗਈ ਹੈ ਵੀ ਆਹ ਵੀ ਗੁਣ ਹੁੰਦਾ, ਆਹ ਵੀ ਗੁਣ ਹੁੰਦਾ, ਆਹ ਵੀ ਗੁਣ ਹੁੰਦਾ, ਉਹ ਸਾਰੇ ਦੇ ਸਾਰੇ ਗੁਣ ਨੇ ਧੰਨ ਬੇਬੇ ਨਾਨਕੀ ਜੀ ਦੇ ਅੰਦਰ। ਸਰਬ ਗੁਣਾਂ ਦੀ ਖਾਨ ਹਨ ਬੇਬੇ ਨਾਨਕੀ ਜੀ। ਸਰੂਪੰ ਬਿਸਾਲੂ। ਔਰ ਬੜੇ ਸੁੰਦਰ ਸਵਰੂਪ ਹਨ, ਸੋਹਣੇ ਰੂਪ ਵਾਲੇ ਹਨ। ਸੁਤਾ ਕੇ ਸਮਾਨੰ ਲਖਿਓ ਤਾਹੇ ਰਾਈ। ਜਿਹੜਾ ਰਾਏ ਬੁਲਾਰ ਸੀ ਨਾ, ਉਹਨਾਂ ਦਾ ਮਹਾਰਾਜ ਜੀ ਦੇ ਪਰਿਵਾਰ ਨਾਲ ਪਰਿਵਾਰਕ ਸੰਬੰਧ ਸੀ। ਬੇਬੇ ਨਾਨਕੀ ਜੀ ਨੂੰ ਰਾਏ ਬੁਲਾਰ ਆਪਣੀ ਧੀ ਸਮਝਦਾ ਸੀ ਵੀ ਇਹ ਮੇਰੀ ਧੀ ਹੈ। ਪਿਤਾ ਜੀ ਦੇ ਨਾਲ ਪ੍ਰੇਮ ਵੀ ਬੜਾ ਸੀ, ਪਟਵਾਰੀ ਜੋ ਸਨ ਉਹਨਾਂ ਦੇ। ਤੇ ਬੇਬੇ ਨਾਨਕੀ ਜੀ ਨੂੰ ਰਾਏ ਬੁਲਾਰ ਜੀ ਆਪਣੀ ਧੀ ਦੇ ਸਮਾਨ ਜਾਣਦੇ ਨੇ। ਭਲੇ ਥਾਨ ਕੀਨੀ ਸੁਤਾ ਕੀ ਸਗਾਈ। ਕਹਿੰਦੇ ਉਸ ਵਕਤ ਬੇਬੇ ਨਾਨਕੀ ਜੀ ਦੀ ਬੜੀ ਸ੍ਰੇਸ਼ਟ ਜਗ੍ਹਾ ਤੇ ਭਾਲ ਕਰਕੇ ਖੁਦ ਰਾਏ ਬੁਲਾਰ ਜੀ ਦੇ ਵਿੱਚ ਪੈ ਕੇ ਬਾਬੇ ਪਰਮਾਨੰਦ ਦੇ ਪੁੱਤਰ ਸੁਲਤਾਨਪੁਰ ਸਾਹਿਬ ਦੇ ਵਾਸੀ ਭਾਈਏ ਜੈ ਰਾਮ ਨਾਲ ਕੀਤੀ ਹੈ। ਹਾਂਜੀ। ਤੋਟਕ ਛੰਦ ਸੁਲਤਾਨਪੁਰੇ ਜੈ ਰਾਮ ਹੁਤੋ। ਸੁਲਤਾਨਪੁਰ ਸਾਹਿਬ ਨਗਰ ਦੇ ਵਿੱਚ ਜੈ ਰਾਮ ਨਾਮ ਦੇ ਇੱਕ ਗੁਰਮੁਖ ਪਿਆਰੇ ਹਨ। ਬਰਬਾਹਜ ਬੰਸ ਬਿਸੁੱਧ ਮਤੋ। ਔਰ ਛਤਰੀ ਵਰਣ ਦੇ ਧਾਰਨੀ ਹਨ ਤੇ ਬੜੀ ਸ਼ੁੱਧ ਮਤ ਵਾਲੇ ਹਨ। ਸੰਬੰਧ ਪਇਓ ਤੈ ਸੰਗ ਪਲੰ। ਬੇਬੇ ਨਾਨਕੀ ਦੀ ਸਗਾਈ ਸੰਬੰਧ ਰਿਸ਼ਤਾ ਭਾਈਏ ਜੈ ਰਾਮ ਨਾਲ ਹੋਇਆ। ਇੱਕ ਸਾਰ ਮਿਲੇ ਬਰ ਨਾਰ ਕਲੰ। ਕਹਿੰਦੇ ਜਿਵੇਂ ਬੇਬੇ ਨਾਨਕੀ ਜੀ ਦਾ ਸੁਭਾਅ ਹੈ ਬੜਾ ਸੁੰਦਰ, ਉਸੇ ਤਰ੍ਹਾਂ ਭਾਈਏ ਜੈ ਰਾਮ ਜੀ ਦਾ ਸੁਭਾਅ ਹੈ। ਕਹਿੰਦੇ ਮੂਰਤਾਂ ਦੋ ਨੇ ਪਰ ਵਾਕੇ ਅੰਦਰੋਂ ਸੁਰਤ ਮਿਲੀ ਹੋਈ ਹੈ। ਸਜ ਸਾਜ ਬਰਾਤ ਪਲੀ ਸਗਰੀ। ਕਹਿੰਦੇ ਸਮਾਂ ਆਇਆ, ਵਿਆਹ ਦੀ ਤਰੀਕ ਰੱਖੀ ਗਈ,
ਬਰਾਤ ਸਜ ਕੇ ਸੁਲਤਾਨਪੁਰ ਸਾਹਿਬ ਤੋਂ ਚੜ ਕੇ ਆਈ। ये आन टुकाऊ ससु नगरी। ਔਰ ਸਸੂ ਨਗਰੀ ਯਾਨੀ ਕਿ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਬਰਾਤ ਨੇ ਆ ਕੇ ਟਿਕਾਓ ਕੀਤਾ। ਬਾਬਾ ਪਰਮਾਨੰਦ ਜੀ ਆਪਣੇ ਪੁੱਤਰ ਨੂੰ ਵਿਆਹਣ ਆਏ। लिए संग मतंग तुरंगन के। ਬਰਾਤ ਵਿੱਚ ਬੜੇ ਬੜੇ ਵਧੀਆ ਘੋੜੇ ਹਾਥੀ ਰਥਾਂ ਨੂੰ ਲੈ ਕੇ ਆਏ, ਪਾਲਕੀਆਂ ਲੈ ਕੇ ਆਏ। पट शोभत हैं बो रंगन के। ਜਿੰਨੇ ਬਰਾਤੀ ਆਏ ਨੇ ਬੜੇ ਬੜੇ ਸੋਹਣੇ ਰੰਗਾਂ ਦੇ ਸੋਹਣੇ ਬਸਤਰ ਸੋਹਣੇ ਆਭੂਸ਼ਣ ਆਪਣੇ ਸਰੀਰ ਤੇ ਧਾਰਨ ਕੀਤੇ ਹਨ। पर भूखन कंचन अंग तरे। ਬੜੇ ਬੜੇ ਸੋਹਣੇ ਆਭੂਸ਼ਣ ਗਹਿਣੇ ਸੁੰਦਰ ਬਸਤਰ ਸਭ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ। चमकात जरावन संग जरे। ਕਹਿੰਦੇ ਚਿਮ ਚਿਮ ਕਰਦੇ ਆ ਉਹ ਬਸਤਰ, ਜੜਾਊਆਂ ਨਾਲ ਜੜੇ ਹੋਏ ਗਹਿਣੇ ਚਮਕਦੇ ਨੇ। मन होए उदार तनंग बरखे। ਕਹਿੰਦੇ ਉਦਾਰਤਾ ਨਾਲ ਧਨ ਦਾ ਮੀਂਹ ਵਰਸਾ ਰਹੇ ਨੇ। ਜਾਚਕਾਂ ਮੰਗਤਾਂ ਭੱਟਾਂ ਕਲਾਵਤਾਂ ਮਰਾਸ਼ੀਆਂ ਨੂੰ ਅਨੇਕ ਪ੍ਰਕਾਰ ਦਾ ਦਾਨ ਦਿੱਤਾ ਜਾ ਰਿਹਾ ਹੈ। सब पावे रंग हृदय हरखे। ਜਿਹੜੇ ਕਿਸੇ ਗਰੀਬੜੇ ਨੂੰ ਧਨ ਪ੍ਰਾਪਤ ਹੁੰਦਾ ਉਹਦੀ ਗਰੀਬੀ ਦੂਰ ਹੁੰਦੀ ਹੈ, ਉਹਦੇ ਧਨ ਦੀ ਪ੍ਰਾਪਤੀ ਨਾਲ ਮਨ 'ਚ ਖੁਸ਼ੀ ਹੁੰਦੀ ਹੈ। कबित बाजित नगारे बो बेदियन अखारे होत। ਕਹਿੰਦੇ ਬੇਦੀਆਂ ਦੇ ਗ੍ਰਹਿ ਵਿਖੇ ਨਗਾਰੇ ਵੱਜ ਰਹੇ ਨੇ। ਵਿਆਹ ਦੇ ਅਨੇਕ ਪ੍ਰਕਾਰ ਦੇ ਜਿਹੜੇ ਰੰਗ ਬਿਲਾਸ ਹੁੰਦੇ ਨੇ ਹੋ ਰਹੇ ਨੇ। होत कोतक निहारे मन रहे हैं लोभाए कै। ਜਿਹੜਾ ਇਸ ਵਿਆਹ ਦੇ ਕੌਤਕ ਨੂੰ ਵੇਖਦਾ ਰਾਏ ਭੋਏ ਦੀ ਤਲਵੰਡੀ ਬੇਦੀਆਂ ਦੇ ਵਿਹੜਿਆਂ ਵਿੱਚ, ਉਹ ਵੇਖ ਕੇ ਆਨੰਦਿਤ ਹੋ ਰਿਹਾ ਹੈ। ਸੋਹਣੇ ਕੌਤਕਾਂ ਨੂੰ ਵੇਖ ਕੇ ਹਰ ਇੱਕ ਦਾ ਮਨ ਲੁਭਾਏਮਾਨ ਹੋ ਰਿਹਾ ਹੈ। पाए कै निदेश को बारात ने निवेश कीनो। ਬਰਾਤ ਆਈ ਬੜੀ ਸੁੰਦਰ ਸੋਹਣੀ ਸਜ ਕੇ ਤਿਆਰ ਹੋ ਕੇ। ਜਦੋਂ ਘਰ ਦੇ ਬਰਾਤ ਨੇ ਨਿਵੇਸ਼ ਕੀਤਾ, ਜਿੱਥੇ ਜੰਜ ਘਰ ਦਾ ਟਿਕਾਣਾ ਬਣਾਇਆ ਸੀ ਨਿਵੇਸ਼ ਕਰਨ ਦਾ, ਉੱਥੇ ਬਰਾਤ ਦਾ ਢੁਕਾਊ ਕਰਵਾਇਆ ਗਿਆ। अथय दिनेश को हो तासन जगाए कै। ਕਹਿੰਦੇ ਉਧਰ ਦਿਨੇਸ਼ ਕਹਿੰਦੇ ਐ ਸੂਰਜ ਦਾ ਛਿਪ ਜਾਣਾ। ਜਦੋਂ ਸੂਰਜ ਛਿਪਿਆ ਉਹਨਾਂ ਵੇਲਿਆਂ ਵਿੱਚ ਰਾਤਾਂ ਨੂੰ ਵਿਆਹ ਹੋਇਆ ਕਰਦੇ ਸਨ। ਸੂਰਜ ਛਪਿਆ ਤੇ ਰਾਤ ਨੂੰ ਅਗਨੀ ਪ੍ਰਜਵਲਿਤ ਕੀਤੀ। पावरै को लए सब दिजन को दान दए। ਬੇਬੇ ਨਾਨਕੀ ਦੇ ਭਾਈਏ ਜੈ ਰਾਮ ਨਾਲ ਫੇਰੇ ਹੋਏ ਬਹੁਤ ਸਾਰੇ ਦਾਨ ਲੈਣ ਵਾਸਤੇ ਬ੍ਰਾਹਮਣ ਆਦਿਕ ਆਏ। ਸਭ ਨੂੰ ਦਾਨ ਦਿੱਤਾ ਗਿਆ ਦੋਨਾਂ ਪਰਿਵਾਰਾਂ ਵੱਲੋਂ। अंगना सुनाए गार गीतन को गाय कै। ਇਸਤਰੀਆਂ ਆਈਆਂ ਹਨ, ਸੋਹਣੇ ਗੀਤ ਗਾਉਂਦੀਆਂ ਨੇ, ਨਾਲ ਉਹ ਸਿੱਠਣੀਆਂ ਦਿੰਦੀਆਂ ਨੇ। ਗਾਰ ਦਾ ਮਤਲਬ ਹੁੰਦਾ ਸਿੱਠਣੀਆਂ ਦੇਣੀਆਂ। ਮਖੌਲ ਦੇ ਵਿੱਚ ਆ ਕੇ ਇਸਤਰੀਆਂ ਜਿਹੜੀਆਂ ਸਨ ਉਹ ਸਿੱਠਣੀਆਂ ਦਿਆ ਕਰਦੀਆਂ ਕਈ ਪ੍ਰਕਾਰ ਦੀਆਂ, ਤਾਂ ਉਹ ਆ ਕੇ ਸਿੱਠਣੀਆਂ ਦੇ ਰਹੀਆਂ ਹਨ। दो कुल रीत कीन दायज बहुत दीन। ਜਿੰਨੀਆਂ ਦੋਵਾਂ ਕੁਲਾਂ ਦੀ ਰੀਤ ਮਰਿਆਦਾ ਹੁੰਦੀ ਹੈ ਉਹ ਸਾਰੀ ਮਰਿਆਦਾ ਕੀਤੀ ਹੈ। ਪਿਤਾ ਜੀ ਨੇ ਬਹੁਤ ਸਾਰਾ ਰਾਜ ਸਾਜ ਇਕੱਠਾ ਕੀਤਾ ਹੋਇਆ ਸੀ ਬੇਬੇ ਨਾਨਕੀ ਨੂੰ ਦੇਣ ਲਈ। ਰਾਏ ਬੁਲਾਰ ਜੀ ਨੇ ਵੀ ਆਪਣੀ ਧੀ ਜਾਣ ਕੇ ਬਹੁਤ ਕੁਝ ਦਾਨ ਜਿਹੜਾ ਹੈ ਉਹ ਦਿੱਤਾ ਹੈ। ਵੱਡੋ ਜਸ ਲੀਨ ਸਭ ਰਹੇ ਹਰ ਖਾਏ ਕੈ। ਬੜਾ ਵੱਡਾ ਭਾਰੀ ਜਸ ਪਿਤਾ ਜੀ ਨੂੰ ਪ੍ਰਾਪਤ ਹੋਇਆ। ਸਾਰੇ ਨਗਰ ਵਿੱਚ ਖੇੜਾ, ਸਾਰੇ ਨਗਰ ਦੇ ਵਿੱਚ ਖੁਸ਼ੀ ਹੈ। ਕੀਨੋ ਉਪਬਾਹ ਅਭਿਰਾਮ ਯੋ ਜੈ ਰਾਮ। ਕਹਿੰਦੇ ਇਸ ਤਰ੍ਹਾਂ ਵਿਆਹ ਹੋਇਆ ਭਾਈਏ ਜੈ ਰਾਮ ਦੇ ਨਾਲ ਬੇਬੇ ਨਾਨਕੀ ਦਾ। ਪੁੰਨ ਗਇਓ ਨਿਜ ਤਾਮ ਮਨ ਆਨੰਦ ਬਢਾਏ ਕੈ। ਬੇਬੇ ਨਾਨਕੀ ਦਾ ਡੋਲਾ ਲੈ ਕੇ ਭਾਈਆ ਜੈ ਰਾਮ ਬਾਬਾ ਪਰਮਾਨੰਦ ਜੀ ਸਮੁੱਚੀ ਬਰਾਤ ਸਮੇਤ ਰਾਏ ਭੋਏ ਦੀ ਤਲਵੰਡੀ ਤੋਂ ਵਾਪਸ ਸ੍ਰੀ ਸੁਲਤਾਨਪੁਰ ਸਾਹਿਬ ਗਏ ਬੜੇ ਆਨੰਦ ਨਾਲ। ਬਾਸੁਰ ਬਤੀਤੇ ਕੁਛ ਨਾਨਕ ਸੋ ਕਾਲੂ ਕਹੇ। ਜਦੋਂ ਵਿਆਹ ਨੂੰ ਕੁਝ ਕੁ ਦਿਨ ਬੀਤ ਗਏ, ਜੋ ਮਰਿਆਦਾ ਹੁੰਦੀ ਹੈ ਅਕਸਰ, ਪਿਤਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬਚਨ ਕਹੇ। ਪਗਨੀ ਕੋ ਆਨ ਸੁਲਤਾਨਪੁਰ ਜਾਏ ਕੈ। ਬੇਟਾ ਕੁਝ ਦਿਨ ਬੀਤ ਗਏ ਨੇ ਵਿਆਹ ਨੂੰ ਹੋਇਆ, ਏਦਾਂ ਕਰੋ ਭਰਾ ਜਾਂਦੇ ਹੁੰਦੇ ਆ ਭੈਣਾਂ ਨੂੰ ਪਹਿਲੀ ਵਾਰ ਲੈਣ ਵਾਸਤੇ, ਤੇ ਇਹ ਮਰਿਆਦਾ ਹੈ ਬਣੀ ਹੋਈ, ਜਾਂ ਪਿਤਾ ਜਾਂਦਾ ਜਾਂ ਭਰਾ ਜਾਂਦੇ ਹਨ, ਤੇ ਤੁਸੀਂ ਜਾਓ
ਜਾ ਕੇ ਆਪਣੀ ਭੈਣ ਨੂੰ ਲੈ ਕੇ ਆਓ, ਫੇਰਾ ਪਾ ਜਾਵੇ। ਮਾਨਤ ਨਾ ਬੈਨਿਆ ਨੂੰ ਕੰਪ ਐਨ ਤੂਸ਼ਨੀ ਪੇ। ਪਿਤਾ ਜੀ ਦੇ ਬਚਨ ਸੁਣ ਕੇ ਤੇ ਮਹਾਰਾਜ ਜੀ ਅੱਗੋਂ ਕੋਈ ਜਵਾਬ ਨਹੀਂ ਦਿੰਦੇ। ਸਤਿਗੁਰੂ ਜੀ ਚੋਪੀ ਬੈਠੇ ਰਹੇ, ਮਾਨੋ ਜਿਵੇਂ ਸੁਣੇ ਹੀ ਨਾ ਹੋਣ ਬਚਨ ਪਿਤਾ ਜੀ ਦੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਚੋਪੀ ਬੈਠੇ ਰਹੇ। ਜਾਂ ਕੋ ਕਹਿ ਭੈ ਨਾ ਨੀਚੇ ਨੈਣ ਠਹਿਰਾਏ ਕੈ। ਜਿਹੜੇ ਕਿਸੇ ਦਾ ਭੈ ਨਹੀਂ ਮੰਨਦੇ, ਕਿਸੇ ਦਾ ਡਰ ਨਹੀਂ ਮੰਨਦੇ, ਆਪਣੇ ਨੇਤਰ ਨੀਵੇਂ ਕੀਤੇ ਹੋਏ ਨੇ। ਪਿਤਾ ਜੀ ਦੇ ਸਾਹਮਣੇ ਨਾ ਉੱਚਾ ਵੇਖਿਆ, ਨਾ ਹੀ ਉਹਨਾਂ ਦੀ ਕਹੀ ਹੋਈ ਗੱਲ ਦਾ ਕੋਈ ਜਵਾਬ ਦਿੱਤਾ। ਰਾਏ ਕੇ ਨਿਕਟ ਜਾਏ ਸਭ ਹੀ ਸੁਨਾਏ ਬਿਦ। ਪਿਤਾ ਜੀ ਨੇ ਵੇਖਿਆ ਵੀ ਹੁਣ ਮੈਂ ਗੁੱਸੇ ਵੀ ਨਹੀਂ ਹੋ ਸਕਦਾ, ਮੈਨੂੰ ਰਾਏ ਬੁਲਾਰ ਗੁੱਸੇ ਹੋਵੇਗਾ ਜੇ ਮੈਂ ਇਹਨਾਂ ਨੂੰ ਗੁੱਸੇ ਹੋਇਆ ਵੀ ਤੂੰ ਬੋਲਦਾ ਨਹੀਂ, ਅੱਗੋਂ ਵੀ ਜਾਣਾ ਕਿ ਨਹੀਂ ਜਾਣਾ, ਕੋਈ ਹਾਮੀ ਤਾਂ ਪਰ ਹਾਂ ਨਾ ਤਾਂ ਕਹਿ। ਜਵਾਬ ਵੀ ਨਹੀਂ ਦਿੰਦੇ ਅੱਗੋਂ। ਪਿਤਾ ਜੀ ਨੇ ਆਖਿਆ ਵੀ ਇਹਨੂੰ ਕਹਿਣ ਦੀ ਬਜਾਏ ਹੁਣ ਰਾਏ ਬੁਲਾਰ ਨੂੰ ਕਵਾਂ ਜਾ ਕੇ, ਕਿਉਂਕਿ ਜੇ ਮੈਂ ਇਹਨਾਂ ਨੂੰ ਕੁਝ ਆਖਿਆ ਰਾਏ ਨੂੰ ਪਤਾ ਲੱਗਾ ਤੇ ਉਹਨੇ ਮੈਨੂੰ ਆ ਕੇ ਗੁੱਸੇ ਹੋਣਾ। ਤੋ ਪਿਤਾ ਜੀ ਚੱਲ ਕੇ ਰਾਏ ਬੁਲਾਰ ਦੇ ਕੋਲ ਗਏ। ਪਗਨੀ ਨਾ ਅਨਤ ਹੈ ਰਿਓ ਸਮਝਾਏ ਕੈ। ਕਹਿਣ ਲੱਗੇ ਰਾਏ ਜੀ ਫਿਰ ਤੁਸੀਂ ਕਹੋਗੇ ਵੀ ਮੈਂ ਗੁੱਸਾ ਕਰਦਾ, ਵੀ ਹੁਣ ਨਾਨਕ ਨੂੰ ਮੈਂ ਆਖਿਆ ਵੀ ਸੁਲਤਾਨਪੁਰ ਸਾਹਿਬ ਜਾ ਕੇ ਤੇ ਆਪਣੀ ਭੈਣ ਨੂੰ ਲੈ ਆ, ਤੇ ਹੁਣ ਇਹ ਵੀ ਗੱਲ ਨਹੀਂ ਮੰਨਦੇ ਮੇਰੀ। ਇਹ ਤਾਂ ਇਹਨਾਂ ਨੂੰ ਕਰਨਾ ਚਾਹੀਦਾ ਨਾ, ਇਹ ਤਾਂ ਸਾਰੇ ਭਰਾ ਕਰਦੇ ਹੁੰਦੇ ਆ ਭੈਣਾਂ ਦੇ, ਤੇ ਇਹ ਜਾਂਦੇ ਨਹੀਂ ਉੱਥੇ, ਨਾ ਹੀ ਕੋਈ ਜਵਾਬ ਦਿੰਦੇ ਆ ਮੈਨੂੰ। ਰਾਏ ਭੇਜਿਓ ਦਾਸ ਕੋ ਬੁਲਾਏ ਸੁਖ ਰਾਸ ਰੂਪ। ਰਾਏ ਬੁਲਾਰ ਜੀ ਕਹਿੰਦੇ ਆ ਕਾਲੂ ਜੀ ਤੁਸੀਂ ਨਾ ਕੁਝ ਆਖਿਓ ਉਹਨਾਂ ਨੂੰ, ਮੈਂ ਬੇਨਤੀ ਕਰਦਾ। ਆਪਣਾ ਇੱਕ ਸੇਵਕ ਭੇਜਿਆ ਰਾਏ ਬੁਲਾਰ ਨੇ, ਜਾ ਕਮਲ ਨੈਣ ਜੀ ਨੂੰ ਬੁਲਾ ਕੇ ਲਿਆ। ਉਹਨਾਂ ਨੂੰ ਆਖ ਕਮਲ ਨੈਣ ਜੀ ਤੁਹਾਡਾ ਸੇਵਕ ਰਾਏ ਬੁਲਾਰ ਤੁਹਾਨੂੰ ਯਾਦ ਕਰ ਰਿਹਾ ਹੈ, ਬੁਲਾ ਰਿਹਾ ਹੈ। ਤੋ ਇਸ ਤਰ੍ਹਾਂ ਜਾ ਕੇ ਉਹਨਾਂ ਨੂੰ ਬੁਲਾ ਕੇ ਬੇਨਤੀ ਕਰਕੇ ਲੈ ਕੇ ਆ। ਸਾਦਰ ਬਸਾਏ ਪਾਸ ਪ੍ਰੇਮ ਕੇ ਪ੍ਰਕਾਸ਼ ਸੋ। ਰਾਏ ਬੁਲਾਰ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਉੱਠ ਕੇ ਆਏ। ਰਾਏ ਬੁਲਾਰ ਜੀ ਨੇ ਅੱਗੋਂ ਉੱਠ ਕੇ ਨਾ ਆਪਣੀ ਗੱਦੀ ਤੋਂ ਮਹਾਰਾਜ ਜੀ ਨੂੰ ਅੱਗੇ ਆ ਕੇ ਸਤਿਕਾਰ ਕੀਤਾ ਔਰ ਆਪਣੀ ਗੱਦੀ ਦੇ ਉੱਤੇ ਸਤਿਗੁਰਾਂ ਨੂੰ ਬਿਠਾਇਆ ਬਰਾਬਰ। ਇਹ ਨਹੀਂ ਵੀ ਥੱਲੇ ਨੀਵੇਂ ਥਾਂ, ਆਪਣੇ ਜਿੱਥੇ ਉਹਦਾ ਆਸਣ ਸੀ ਨਾ ਉਹਦੇ ਤੇ ਬਿਠਾਇਆ ਸਤਿਗੁਰੂ ਜੀ ਨੂੰ। ਮਾਥੇ ਪਰ ਹੱਥ ਫੇਰ ਗਾਥਾ ਇਤ ਸਾਥ ਕਹਿ। ਕੋਲ ਬਿਠਾਇਆ, ਸਤਿਗੁਰਾਂ ਦੇ ਚਿਹਰੇ ਵੱਲ ਵੇਖਦੇ ਤੇ ਮੱਥੇ ਦੇ ਉੱਤੇ ਨਾ ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਰਾਏ ਬੁਲਾਰ ਜੀ ਹੱਥ ਫੇਰਦੇ, ਮੱਥੇ ਉੱਤੇ ਏਦਾਂ ਹੱਥ ਫੇਰਦੇ, ਚਿਹਰੇ ਦੇ ਉੱਤੇ ਹੱਥ ਫੇਰਦੇ, ਬੜਾ ਪਿਆਰ ਕਰਦੇ ਰਾਏ ਬੁਲਾਰ ਜੀ ਸਤਿਗੁਰਾਂ ਨੂੰ। ਇੱਕ ਵਾਰ ਜਈਏ ਸੋਸਾ ਆਨੀਏ ਆਵਾਸ ਸੋ। ਤੇ ਕਹਿੰਦੇ ਕਮਲ ਨੈਣ ਜੀ ਬੇਨਤੀ ਕਰਾਂ, ਏਦਾਂ ਕਹਿੰਦੇ ਹੇ ਕਮਲ ਨੈਣ ਬੇਨਤੀ ਕਰਾਂ, ਜੇ ਨਿਰਦੇਸ਼ ਹੋਵੇ ਜੇ ਆਗਿਆ ਹੋਵੇ। ਸਤਿਗੁਰਾਂ ਨੇ ਵੇਖਿਆ ਰਾਏ ਜੀ ਵੱਲ, ਅੱਖਾਂ ਅੱਖਾਂ ਨਾਲ ਇਸ਼ਾਰਾ ਕੀਤਾ, ਹਾਂ ਜੇ ਬੇਨਤੀ ਕਬੂਲ ਕਰੋ ਤੇ ਇੱਕ ਵਾਰ ਸੁਲਤਾਨਪੁਰ ਸਾਹਿਬ ਕਮਲ ਨੈਣ ਜੀ ਜਾਓ, ਭੈਣ ਬੇਬੇ ਨਾਨਕੀ ਨੂੰ ਲੈ ਆਓ ਆਪਣੀ ਨੂੰ। ਏਦਾਂ ਬੜੇ ਪ੍ਰੇਮ ਨਾਲ ਰਾਏ ਬੁਲਾਰ ਜੀ ਨੇ ਬੇਨਤੀ ਕੀਤੀ। ਦੂਜੇ ਤਾਂ ਜਾਏ ਰਹੋ ਰਿੱਧੇ ਸੁਖ ਪਾਏ ਅਹੋ। ਮੈਂ ਤਾਂ ਇਹ ਕਹਿਣਾ ਵੀ ਤੁਸੀਂ ਉੱਥੇ ਰਹੋ, ਜਾ ਕੇ ਟਿਕਾਣਾ ਹੀ ਉੱਥੇ ਬਣਾਓ ਆਪਣਾ, ਕਿਉਂਕਿ ਰਾਏ ਬੁਲਾਰ ਦੀ ਗੱਲਬਾਤ ਹੋ ਚੁੱਕੀ ਸੀ ਦੌਲਤ ਖਾਨ ਨਾਲ ਉਧਰ, ਵੀ ਉੱਥੇ ਕਿਸੇ ਤਰੀਕੇ ਨੌਕਰੀ ਕਰ ਲੈਣ। ਉੱਥੇ ਬੇਬੇ ਨਾਨਕੀ ਨਾਲ ਬੜਾ ਸਨੇਹ ਸੀ ਨਾ ਸਤਿਗੁਰਾਂ ਦਾ, ਵੀ ਉੱਥੇ ਜਾ ਕੇ ਉਸ ਨਗਰ 'ਚ ਰਹਿ ਲੈਣਗੇ। ਇੱਥੇ ਪਿਤਾ ਕਾਲੂ ਜੀ ਦੇ ਨਾਲ ਰੋਜ਼ ਲੜਾਈ ਹੁੰਦੀ ਹੈ, ਇਹਦਾ ਸੁਭਾਅ ਇਹੋ ਜਿਹਾ, ਇਹਨੇ ਬਾਅਦ ਨਹੀਂ ਆਉਣਾ ਗੁੱਸੇ ਹੋਣ ਤੋਂ। ਰਾਏ ਨੂੰ ਇਸ ਗੱਲ ਦੀ ਵੀ ਚਿੰਤਾ ਸੀ, ਕਹਿੰਦੇ ਮੈਂ ਤਾਂ ਕਹਿਣਾ ਵੀ ਇੱਕ ਵਾਰੀ ਤੁਸੀਂ ਲੈ ਆਓ ਜਾ ਕੇ ਬੇਬੇ ਨੂੰ, ਤੇ ਮੁੜ ਕੇ ਭਾਵੇਂ ਉੱਥੇ ਹੀ ਆਪਣਾ ਨਿਵਾਸ ਕਰਿਓ। ਕਾਲੂ ਕੀ ਕਲਾਏ ਮਿਟ ਜਾਏ ਅਨਾਯਾਸ ਸੋ। ਤੇ ਆ ਜਿਹੜੀ ਕਾਲੂ ਦੀ ਰੋਜ਼ ਰੋਜ਼ ਦੀ ਕਲਾ, ਇਹ ਕਲਾ ਇਹ ਲੜਾਈ ਵੀ ਮਿਟ ਜਾਏਗੀ, ਸ਼ਾਂਤ ਹੋ ਜਾਏਗੀ। ਸਹਿਜ ਸੁਭਾਏ ਤਬ ਹੀ ਜੋ ਸੁਹਾਏ ਕਰੋ। ਤੁਸੀਂ ਸਹਿਜ ਸੁਭਾਏ, ਜੋ ਤੁਹਾਡਾ ਚਿੱਤ ਕਰੇ, ਜੋ ਤੁਹਾਡਾ ਮਨ ਕਰੇ, ਆਪਣੀ ਮੌਜ ਨਾਲ ਤੁਸੀਂ ਸੁਲਤਾਨਪੁਰ ਸਾਹਿਬ ਚ ਵਿਚਰੋ। ਜਾਵਨੋ ਉਚਿਤ ਤੁਮੇ ਅਬੇ ਸੋ ਸਪਾਸ ਸੋ। ਪਰ ਹੁਣ ਇਹ ਉਚਿਤ ਹੈ ਕਿ ਤੁਹਾਨੂੰ ਆਪਣੀ ਭੈਣ ਬੇਬੇ ਨਾਨਕੀ ਨੂੰ ਲਿਆਉਣ ਵਾਸਤੇ ਜਾਣਾ ਚਾਹੀਏ। ਇਹ ਯੋਗ ਹੈ, ਇਹ ਉਚਿਤ ਹੈ।
ਬ੍ਰਿਧ ਬੈਸ ਨਗਰੇਸ਼ ਬਲਬ ਵਿਸ਼ੇਸ਼ ਲਖ। ਹੁਣ ਵੱਡੀ ਉਮਰ ਹੈ ਰਾਏ ਬੁਲਾਰ ਦੀ, ਫਿਰ ਨਗਰ ਦਾ ਰਾਜ ਹੈ, ਫਿਰ ਮੇਰੇ ਸਤਿਗੁਰਾਂ ਦਾ ਬੜਾ ਪਿਆਰਾ ਹੈ, ਤੇ ਪਿਆਰੇ ਦੀ ਕਈ ਪਿਆਰੀ ਬੇਨਤੀ ਸਤਿਗੁਰੂ ਮੋੜ ਨਹੀਂ ਸਨ ਸਕਦੇ। ਹਾਂਜੀ। ਮਨ ਜਗਤੇਸ਼ ਬੈਨ ਭਾਨੇ ਮਨ ਆਪਨੇ। ਸਤਿਗੁਰੂ ਜੀ ਨੇ ਰਾਏ ਬੁਲਾਰ ਦੀ ਬੇਨਤੀ ਨੂੰ ਸਵੀਕਾਰ ਕੀਤਾ, ਪ੍ਰਵਾਨ ਕੀਤਾ, ਤੇ ਪ੍ਰਵਾਨ ਕਰਕੇ ਮਹਾਰਾਜ ਜੀ ਨੇ ਸਿਰ ਹਿਲਾਇਆ। ਬਾਲਾ ਪੰਨੇ ਅੰਗਦ ਜੀ ਕੀਜੇ ਪਾਨ ਕਥਾ ਰਸ। ਇਹ ਕਥਾ ਭਾਈ ਬਾਲਾ ਜੀ ਸੁਣਾ ਰਹੇ ਨੇ। ਹੇ ਗੁਰੂ ਅੰਗਦ ਸਾਹਿਬ ਸੁਣੋ, ਇਹ ਅੰਮ੍ਰਿਤ ਕਥਾ ਨੂੰ ਆਪਣੇ ਕੰਨਾਂ ਨਾਲ ਪੀਵੋ, ਮੈਂ ਇਸ ਤੋਂ ਅੱਗੇ ਤੁਹਾਨੂੰ ਹੋਰ ਸੁਣਾਉਣਾ। ਸੁਣੋ ਜੀ। ਪਏ ਹੈ ਤਿਆਰ ਜਿਨ ਕੀਨੇ ਦੰਭ ਖਾਪਨੇ। ਸਤਿਗੁਰੂ ਜੀ ਤਿਆਰ ਹੋ ਗਏ, ਜਿਹੜੇ ਪਖੰਡ ਦਾ ਨਾਸ ਕਰਨ ਵਾਲੇ ਸਤਿਗੁਰੂ ਜੀ ਨੇ ਉਹ ਤਿਆਰ ਹੋ ਗਏ ਸੁਲਤਾਨਪੁਰ ਸਾਹਿਬ ਜਾਣ ਨੂੰ। ਮੋਸੇ ਹਿਤ ਸਦਾ ਤਰੇ ਦਾਸ ਜਾਨ ਦਇਆ ਕਰੇ। ਇਹ ਭਾਈ ਬਾਲਾ ਜੀ ਕਹਿੰਦੇ ਹੈ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਮੇਰੇ ਨਾਲ ਬੜਾ ਹਿੱਤ ਕਰਦੇ ਸਨ, ਮੈਨੂੰ ਸਦਾ ਆਪਣਾ ਸੇਵਕ ਜਾਣਦੇ, ਆਪਣਾ ਦਾਸ ਜਾਣ ਕੇ ਮੇਰੇ ਨਾਲ ਬੜਾ ਹੀ ਪ੍ਰੇਮ ਕਰਦੇ ਹਨ। ਨਿਕਟ ਹਕਾਰ ਲੀਨੇ ਸਾਥ ਕੋ ਆਪਾਪ ਨੇ। ਤੇ ਮੈਨੂੰ ਵੀ ਸੱਦ ਲਿਆ ਕੋਲ, ਤੇ ਮੈਨੂੰ ਕਹਿੰਦੇ ਆ ਬਾਲਾ ਜੀ ਆਪਾਂ ਬੇਬੇ ਜੀ ਨੂੰ ਲੈਣ ਜਾਣਾ, ਸੁਲਤਾਨਪੁਰ ਸਾਹਿਬ ਚੱਲੀਏ, ਨਾਲ ਚੱਲੋਗੇ? ਕਹਿੰਦੇ ਮੇਰੀ ਕੀ ਮਜਾਲ ਵੀ ਸਤਿਗੁਰੂ ਕਹਿਣ ਤੇ ਮੈਂ ਨਾਲ ਨਾ ਜਾਂਦਾ। ਕਹਿੰਦੇ ਮੈਂ ਹੱਥ ਜੋੜ ਕੇ ਸਿਰ ਹਿਲਾਇਆ, ਜੀ ਮਹਾਰਾਜ, ਸਤ ਬਚਨ ਮਹਾਰਾਜ, ਜ਼ਰੂਰ ਚੱਲਾਂਗਾ। ਆਏ ਕਹਿ ਨਿਕੇਤ ਲੀਨ ਬੇਦੀ ਕੁਲ ਕੇਤ ਨੇਗ। ਕਹਿੰਦੇ ਘਰ ਆਏ ਬੇਦੀਆਂ ਦੀ ਕੁਲ ਦੇ ਕੇਤੂ ਸਤਿਗੁਰੂ ਜੀ, ਤੇ ਆ ਕੇ ਜਿਹੜਾ ਲਾਗ ਵਗੈਰਾ ਹੁੰਦਾ ਨੇਗ, ਪਹਿਲੀ ਵਾਰ ਭੈਣ ਦੇ ਘਰ ਜਾਣਾ, ਜੋ ਲੈ ਕੇ ਜਾਣਾ ਹੁੰਦਾ ਰਾਗ ਸਾਜ, ਉਹ ਪਿਤਾ ਜੀ ਦੇ ਕੋਲੋਂ ਮਾਤਾ ਜੀ ਦੇ ਕੋਲੋਂ ਸਤਿਗੁਰਾਂ ਨੇ ਲਿਆ। ਮਾਤਾ ਕਾਰ ਹੇਤ ਵਿਦਾ ਕੀਨਾ ਹਰ ਜਾਪਨੇ। ਮਾਤਾ ਜੀ ਨੇ ਬੜੇ ਪ੍ਰੇਮ ਨਾਲ ਆਪਣੀ ਧੀ ਰਾਣੀ ਵਾਸਤੇ ਬੜਾ ਕੁਝ ਘਰ ਚੋਂ, ਮਾਵਾਂ ਨੂੰ ਚਾਹ ਹੁੰਦਾ ਧੀਆਂ ਨੂੰ ਦੇਣ ਵਾਸਤੇ, ਬਹੁਤ ਕੁਝ ਘਰ ਦੇ ਵਿੱਚ, ਆ ਵੀ ਲੈ ਜਾ ਨਾਨਕ ਮੇਰੀ ਧੀ ਵਾਸਤੇ, ਆ ਪਦਾਰਥ ਵੀ ਲੈ ਜਾ, ਤੇ ਉਹ ਬਹੁਤ ਬੜੇ ਪ੍ਰੇਮ ਨਾਲ ਸਤਿਗੁਰਾਂ ਨੂੰ ਵਿਦਾ ਕੀਤਾ। ਨਾਲ ਭਾਈ ਬਾਲਾ ਜੀ ਚੱਲ ਪਏ। ਚੱਲੇ ਪੰਥ ਮੰਦ ਮੰਦ ਆਨੰਦ ਕੇ ਕੰਦ ਜੋ। ਸਤਿਗੁਰੂ ਜੀ ਸਹਿਜੇ ਸਹਿਜੇ ਟੁਰਦੇ ਜਾ ਰਹੇ ਨੇ, ਜੋ ਆਨੰਦ ਦਾ ਮੂਲ ਹਨ। ਸੁੰਦਰ ਮੁਕੰਦ ਪਦ ਨੈਣ ਅਰਬਿੰਦ ਸੇ। ਕਹਿੰਦੇ ਸੋਹਣੇ ਜਿਨ੍ਹਾਂ ਦੇ ਚਰਨ ਨੇ ਮੁਕਤੀ ਦੇਣ ਵਾਲੇ, ਔਰ ਸੋਹਣੇ ਜਿਨ੍ਹਾਂ ਦੇ ਨੇਤਰ ਨੇ ਕਮਲ ਦੇ ਫੁੱਲ ਵਾਂਗਰ। ਦੇਖਤ ਸਿਸੁਰ ਰੁੱਤ ਕਾਨਨ ਨਿਪਾਤ ਪਾਤ। ਕਹਿੰਦੇ ਸਿਸਰ ਰੁੱਤ ਯਾਨੀ ਕਿ ਪੱਤ ਝੜ ਰੁੱਤ ਸੀ ਉਦੋਂ, ਤੇ ਪੱਤ ਝੜ ਰੁੱਤ ਦੇ ਵਿੱਚ ਜਿਹੜੇ ਦਰਖਤ ਨੇ ਉਹਨਾਂ ਦੇ ਪੱਤੇ ਝੜੇ ਹੋਏ ਨੇ, ਰੁੰਡ ਮਰੁੰਡ ਦਰਖਤ ਖੜੇ ਨੇ ਜੰਗਲ ਵਿੱਚ। ਨਗਨ ਬਿਟਪ ਪਏ ਨਰਕ ਅਗਵੰਦ ਸੇ। ਕਹਿੰਦੇ ਨਗਨ ਜਿਹੜੇ ਦਰਖਤ ਨੇ ਨਗਨ ਨਜ਼ਰ ਆ ਰਹੇ ਨੇ, ਕਿਉਂਕਿ ਪੱਤੇ ਨਹੀਂ ਹਨ ਉਹਨਾਂ ਦੇ। ਕਹਿੰਦੇ ਏਦਾਂ ਨਗਨ ਨਜ਼ਰ ਆ ਰਹੇ ਨੇ ਪੱਤਿਆਂ ਤੋਂ ਬਿਨਾਂ, ਜਿਵੇਂ ਕੋਈ ਮਹਾਪਾਪੀ ਬੰਦਾ ਬਿਲਕੁਲ ਨਗਨ ਤੇ ਨਗਨ ਪੈਰਾਂ ਦੇ ਨਾਲ ਨਰਕਾਂ ਦੀ ਅੱਗ ਦੇ ਵਿੱਚ ਸਾੜਿਆ ਜਾਂਦਾ ਨਾ, ਭੇਜਿਆ ਜਾਂਦਾ। ਕਹਿੰਦੇ ਏਦਾਂ ਇਹ ਦਰਖਤ ਨਜ਼ਰ ਆਉਂਦੇ ਨੇ। ਅੰਬਨ ਕੋ ਮੋਰ ਪੱਖ ਕੰਠ ਕਲ ਕੋਕ ਲਾਕੇ। ਕਹਿੰਦੇ ਰਸਤੇ ਦੇ ਵਿੱਚ ਅੰਬਾਂ ਦਾ ਬੂਰ ਭੱਖ ਕੇ ਜਿਹੜੇ ਮੋਰ ਨੇ, ਉਹ ਕਹਿੰਦੇ ਸੋਹਣੇ ਰਸ ਦੇ ਵਿੱਚ ਬੂਰ ਖਾ ਕੇ ਗਾ ਰਹੇ ਨੇ। ਕੂਕਤ ਸੁਨਾਏ ਕੂਕ ਪਾਵਤ ਆਨੰਦ ਸੇ। ਜਿਹੜੀਆਂ ਕੋਇਲਾਂ ਨੇ ਮਿੱਠੀ ਮਿੱਠੀ ਆਵਾਜ਼ ਵਿੱਚ ਕੂਕਦੀਆਂ ਨੇ ਜੰਗਲ ਵਿੱਚ, ਮਾਨੋ ਗੁਰੂ ਨਾਨਕ ਸਾਹਿਬ ਦੀ ਆਮਦ ਵੇਖ ਕੇ ਉਹ ਕੋਇਲਾਂ ਤੇ ਮੋਰ ਬੋਲ ਬੋਲ ਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਫਤਾਂ ਕਰ ਰਹੇ ਨੇ, ਮਹਾਰਾਜ ਜੀ ਦੇ ਮੰਗਲਾਚਾਰ ਕਰ ਰਹੇ ਹਨ। ਕੀਰ ਕਲ ਬਿੰਕ ਕੰਕ ਤੋਤਕ ਕੰਕਨ ਕੋਕ। ਕਹਿੰਦੇ ਕੀਰ ਕਹਿੰਦੇ ਆ ਤੋਤਿਆਂ ਨੂੰ, ਇਸੇ ਤਰ੍ਹਾਂ ਕਲ ਬਿੰਕ ਕਹਿੰਦੇ ਆ ਚਿੜਿਆਂ ਨੂੰ, ਇਸੇ ਤਰ੍ਹਾਂ ਕੰਕ ਕਹਿੰਦੇ ਆ ਬਗਲਿਆਂ ਨੂੰ, ਤੋਕਕ ਕਹਿੰਦੇ ਆ ਪਪੀਆਂ ਨੂੰ, ਕਕੰਨ ਕਹਿੰਦੇ ਆ ਬਟੇਰਾਂ ਨੂੰ। ਕੋਕ ਕੋਰ ਕੁੱਟ ਕੋਰ ਕੋਕ ਕੋਰ ਕਟ ਕਰੇਟੂ ਕਾਕ ਕੇ ਕੀ ਹੈ ਦਰਿੰਦ ਸੇ। ਕਹਿੰਦੇ ਫੇਰ ਜਿਹੜੇ ਕੋਕ ਕਹਿੰਦੇ ਆ ਚੱਕਵਿਆਂ ਨੂੰ, ਕੁਰਕਟ ਕਹਿੰਦੇ ਆ ਕੁੱਕੜਾਂ ਨੂੰ, ਜਿਹੜੇ ਆ ਜੰਗਲ ਦੇ ਵਿੱਚ ਫਿਰਦੇ ਹੁੰਦੇ ਆ ਜੰਗਲੀ ਕੁੱਕੜ, ਉਹ ਵੀ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਦੇ ਹਨ। ਕਰੇਟੂ ਕਹਿੰਦੇ ਆ ਕਾਲਾ ਕਾਂਛੀ ਪੰਛੀ। ਫੇਰ ਇਸੇ ਤਰ੍ਹਾਂ ਕਾਕ ਕਹਿੰਦੇ ਆ ਕਾਂ ਨੂੰ,
ਤੇ ਕੇਕੀ ਕਹਿੰਦੇ ਆ ਮੋਰਨੀਆਂ ਨੂੰ। ਇਹ ਜਿੰਨੇ ਵੀ ਕਹਿੰਦੇ ਪੰਛੀ ਨੇ ਇਹ ਰਾਜੇ ਵਰਗੇ ਹੋ ਕੇ ਜੰਗਲਾਂ ਦੇ ਵਿੱਚ ਸੋਹਣੀ ਸੋਹਣੀ ਆਵਾਜ਼ ਦੇ ਵਿੱਚ ਗਾਉਂਦੇ ਹਨ। ਬੋਲਤ ਕਪੋਤ ਪ੍ਰਿੰਗ ਖੰਜਨ ਕੁਲਿੰਗ ਕਲ। ਕਬੂਤਰ ਬੋਲਦੇ ਗੁਟਰਗੂ ਕਰਦੇ ਐ। ਭਰਿੰਗ ਕਹਿੰਦੇ ਆ ਭਵਰਿਆਂ ਨੂੰ ਮੰਡਰਾ ਕੇ ਉਹ ਵੀ ਬੜੀ ਸੋਹਣੀ ਆਵਾਜ਼ ਦੇ ਵਿੱਚ ਗੂੰਜਦੇ ਐ। ਖੰਜਨ ਕਹਿੰਦੇ ਆ ਮਮੋਲੇ ਨੂੰ, ਉਹ ਮਮੋਲੇ ਵੀ ਕਹਿੰਦੇ ਬੜੇ ਸੁੰਦਰ ਤਰੀਕੇ ਦੇ ਨਾਲ ਬੋਲਦੇ ਆ। ਕੁਲਿੰਗ ਕਹਿੰਦੇ ਆ ਜਿਹੜੇ ਪਾਣੀ ਦੇ ਕਿਨਾਰਿਆਂ ਉੱਤੇ ਰਹਿਣ ਵਾਲੇ ਪੰਛੀ ਹੁੰਦੇ ਐ ਉਹਨਾਂ ਨੂੰ ਕੁਲਿੰਗ ਕਹਿੰਦੇ ਹਨ। ਉਹ ਪੰਛੀ ਫਿਰ ਸਾਰਸ, ਬਗਲੇ, ਇਹ ਸਾਰੇ ਪੰਛੀ ਬੜੇ ਸੋਹਣੇ ਢੰਗ ਨਾਲ ਗਾਉਂਦੇ ਹਨ। ਕਲ ਸਾਰਸ ਕੋ ਰੰਗ ਨਾਨਾ ਰੰਗ ਕੇ ਬੇਹੰਗ ਹੈ। ਨਾਨਾ ਰੰਗ ਦੇ ਪੰਛੀ ਨੇ, ਅਨੇਕ ਰੰਗਾਂ ਦੇ ਸੋਹਣੇ, ਕਿਤੇ ਕੱਠ ਫੋੜੇ ਨੇ, ਕਿਤੇ ਉਹ ਬਿਜੜੇ ਹਨ ਨਿੱਕੇ ਨਿੱਕੇ। ਉਹ ਪੰਛੀ ਸਾਰੇ ਚੋਹ ਚੁਹਾ ਰਹੇ ਨੇ ਬਨਾਂ ਵਿੱਚ, ਜਿੱਥੋਂ ਜਗਤ ਗੁਰੂ ਨਾਨਕ ਸਾਹਿਬ ਲੰਘਦੇ ਨੇ। ਤੇ ਗਾ ਗਾ ਕੇ ਉਹ ਪੰਛੀ ਮਾਨੋ ਆਪਣੇ ਸਿਰਜਣਹਾਰ ਦੀਆਂ ਵਡਿਆਈਆਂ ਕਥਨ ਕਰ ਰਹੇ ਹਨ। ਕਾਨਨ ਉਲੰਘ ਗਏ ਨਗਰ ਉਮੰਗ ਪਿਖ। ਸਤਿਗੁਰੂ ਜੀ ਏਦਾਂ ਬਹੁਤ ਸਾਰੇ ਜੰਗਲਾਂ ਚੋਂ ਲੰਘ ਕੇ ਨਗਰਾਂ ਦੇ ਵਿੱਚੋਂ ਲੰਘ ਕੇ ਜਾ ਰਹੇ ਨੇ। ਨਾਗਰ ਉਹ ਨਾਗਰੀ ਆਨੰਦ ਬਹੁ ਰੰਗ ਹੈ। ਰਸਤੇ ਵਿੱਚ ਬਹੁਤ ਸਾਰੇ ਇਸਤਰੀਆਂ ਪੁਰਖ ਨਗਰਾਂ ਵਿੱਚ ਦਿਸਦੇ ਐ ਜਿਨ੍ਹਾਂ ਅੰਦਰ ਆਨੰਦ ਦਾ ਰੰਗ ਬਣਿਆ ਹੋਇਆ ਹੈ। ਗਾਵਤ ਬਸੰਤ ਮਿਲ ਨਾਚਤ ਅਨੰਤ ਕਰ। ਕਹਿੰਦੇ ਉਧਰੋਂ ਪਤਝੜ ਤੋਂ ਬਾਅਦ ਬਸੰਤ ਰਿਤੂ ਦੀ ਆਰੰਭਤਾ ਨਾਲ ਹੀ ਸੀ। ਕਹਿੰਦੇ ਬਸੰਤ ਰੁੱਤ ਦੇ ਵਿੱਚ ਬਸੰਤ ਰਿਤੂ ਦਾ ਰਾਗ ਗਾਇਨ ਕੀਤਾ ਜਾ ਰਿਹਾ ਹੈ, ਲੋਕ ਨੱਚਦੇ ਹਨ। ਰਾਏ ਰੰਗ ਤਜੀ ਸ਼ੰਕ ਫੇਰਤ ਨਿਸ਼ੰਗ ਹੈ। ਹੁਣ ਬਸੰਤ ਰਿਤੂ ਚ ਸਰਦੀ ਘਟ ਜਾਂਦੀ ਹੈ, ਇਸ ਕਰਕੇ ਨਰ ਨਾਰੀਆਂ ਨਿਸੰਕ ਹੋ ਕੇ ਫਿਰਦੇ ਆ, ਬਹੁਤੇ ਮੋਟੇ ਕੱਪੜੇ ਸਰੀਰ ਤੇ ਨਹੀਂ ਧਾਰਦੇ। ਹਾਥ ਸੋਂ ਬਜਾਏ ਤਾਰੀ ਮੁਖ ਤੇ ਸੁਨਾਏ ਗਾਰੀ। ਬਸੰਤ ਰਿਤੂ ਚ ਬੜੇ ਮੇਲੇ ਜੇ ਮਨਾਉਂਦੇ ਹੁੰਦੇ ਆ ਪਿੰਡਾਂ ਦੇ ਵਿੱਚ, ਸ਼ਹਿਰਾਂ ਵਿੱਚ ਲੋਕ ਹੋਲੀਆਂ ਸ਼ੁਰੂ ਹੋ ਜਾਂਦੀਆਂ ਨੇ, ਫਾਗ ਖੇਡਦੇ ਆ। ਕਹਿੰਦੇ ਏਦਾਂ ਨਿਸੰਕ ਹੋ ਕੇ ਇੱਕ ਦੂਜੇ ਨੂੰ ਤਾੜੀਆਂ ਮਾਰ ਮਾਰ ਕੇ ਹੱਸਦੇ ਆ, ਔਰ ਮੁਖ ਤੋਂ ਅਨੇਕ ਪ੍ਰਕਾਰ ਦੇ ਭੈੜੇ, ਜਿਵੇਂ ਹੋਲੀਆਂ ਹੁੰਦੀਆਂ ਨਾ ਜਦੋਂ, ਉਹਦਾ ਹੋਲੀਆਂ ਦੇ ਵਿੱਚ ਇੱਕ ਦੂਜੇ ਤੇ ਰੰਗ ਸੁੱਟਣਾ, ਫਿਰ ਕਈ ਵਾਰੀ ਗੰਦਗੀ ਜਾਂ ਗੋਹਾ ਘੋਲ ਕੇ ਏਦਾਂ ਦੀਆਂ ਚੀਜ਼ਾਂ ਸੁੱਟਣੀਆਂ, ਗਾਲਾਂ ਵਗੈਰਾ ਕੱਢਣੀਆਂ, ਏਦਾਂ ਦਾ ਸੱਭਿਆਚਾਰ ਲੋਕਾਂ ਨੇ ਆਪਣਾ ਬਣਾਇਆ ਹੋਇਆ ਸੀ ਜੋ ਬੜਾ ਨੀਚ ਸੀ। ਕਲਗੀਧਰ ਸੁਆਮੀ ਜੀ ਨੇ ਵੇਖਿਆ ਵੀ ਲੋਕ ਹੋਲੀਆਂ ਦੇ ਵਿੱਚ ਏਦਾਂ ਦੀ ਗੰਦਗੀ ਦਾ ਪ੍ਰਚਾਰ ਕਰਦੇ ਐ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਰਸ ਕਰਕੇ ਇਸ ਗੰਦਗੀ ਤੋਂ ਆਪਣੇ ਖਾਲਸੇ ਨੂੰ ਪਰੇ ਕਰਕੇ ਹੋਲੇ ਮਹੱਲੇ ਦਾ ਸਮਾਗਮ ਦਿੱਤਾ। ਜਦੋਂ ਸਮਾਗਮ ਹੋਣ, ਕਥਾ ਕੀਰਤਨ ਦੇ ਪ੍ਰਵਾਹ ਚੱਲਣ, ਔਰ ਮੇਰੇ ਸਿੰਘ ਮਹੱਲੇ ਤੇ ਚੜਿਆ ਕਰਨ, ਹੋਲਾ ਖੇਡਿਆ ਕਰਨ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਮੇਂ ਲੋਕਾਂ ਦੀ ਜੋ ਬਿਰਤੀ ਮਹਾਕਵੀ ਜੀ ਦੱਸ ਰਹੇ ਨੇ, ਜਦੋਂ ਸਤਿਗੁਰੂ ਜੀ ਲੰਘਦੇ ਆ ਵੇਖਦੇ ਜਾਂਦੇ ਆ ਹਾਲੇ ਸਭ ਕੁਝ। ਲੋਕ ਗਾਲਾਂ ਕੱਢਦੇ ਇੱਕ ਦੂਜੇ ਨੂੰ, ਔਰ ਤਾੜੀਆਂ ਮਾਰ ਕੇ ਕਿਲਕਾਰੀਆਂ ਮਾਰ ਮਾਰ ਹੱਸਦੇ ਨੇ। ਡਾਰੇ ਪਿਚਕਾਰੀ ਪਰ ਰੰਗਤ ਸੁਰੰਗ ਹੈ। ਪਚਕਾਰੀਆਂ ਭਰ ਭਰ ਕੇ ਸੁੱਟਦੇ ਆ, ਭੰਗਾਂ ਪੀਂਦੇ ਨੇ, ਬੇਹੋਸ਼ ਹੋ ਕੇ ਬੇਸੁੱਧ ਹੋ ਕੇ ਇੱਕ ਦੂਜੇ ਨੂੰ ਰੰਗਦੇ ਨੇ। ਸੋਦਰੀ ਸਦਨ ਗਏ ਕਮਲ ਬਦਨ ਪੁਨ। ਇਹੋ ਜਿਹੇ ਨਗਰਾਂ ਚੋਂ ਲੰਘਦੇ, ਨਗਰਾਂ ਦੀਆਂ ਇਹੋ ਜਿਹੀਆਂ ਰੌਣਕਾਂ ਵੇਖ ਕੇ ਸਤਿਗੁਰੂ ਜੀ ਜਾ ਰਹੇ ਨੇ। ਚਲਦਿਆਂ ਚਲਦਿਆਂ ਸੁਲਤਾਨਪੁਰ ਸਾਹਿਬ ਸੋਦਰੀ ਸਾ ਉਦਰ, ਸੋਦਰੀ ਦਾ ਮਤਲਬ ਹੁੰਦਾ ਸਾ ਉਦਰ, ਜਿਹੜਾ ਉੱਤੇ ਹੋੜਾ ਲੱਗਾ ਹੋਇਆ ਨਾ ਉਹ ਊੜਾ ਬਣ ਜਾਂਦਾ ਹੈ, ਊੜੇ ਦੀ ਆਵਾਜ਼ ਉਹਦੇ ਚੋਂ ਨਿਕਲਦੀ ਹੈ। ਸੋ ਉਦਰੀ ਯਾਨੀ ਕਿ ਉਹ ਉਦਰ ਜਿਸ ਉਦਰ ਤੋਂ ਮੇਰੇ ਸਤਿਗੁਰੂ ਜੀ ਨੇ ਪ੍ਰਕਾਸ਼ ਲਿਆ, ਉਸੇ ਉਦਰ ਤੋਂ ਬੇਬੇ ਨਾਨਕੀ ਦਾ ਜਨਮ ਹੋਇਆ, ਧੰਨ ਮਾਤਾ ਤ੍ਰਿਪਤਾ ਜੀ ਦਾ ਉਦਰ, ਉਹਨੂੰ ਕਹਿੰਦੇ ਸੋਦਰੀ। ਤੇ ਜੇ ਪੁਲਿੰਗ ਸ਼ਬਦ ਭਰਾ ਵਾਸਤੇ ਵਰਤਣਾ ਪੈਂਦਾ, ਫਿਰ ਵਰਤਣਾ ਪੈਂਦਾ ਸਹੋਦਰ। ਸਹੋਦਰ ਫਿਰ ਭਰਾ ਲਈ ਵਰਤਿਆ ਜਾਂਦਾ। ਕਹਿੰਦੇ ਸੋਦਰੀ ਦੇ ਘਰ ਯਾਨੀ ਕਿ ਬੇਬੇ ਨਾਨਕੀ ਦੇ ਘਰ ਸਤਿਗੁਰੂ ਜੀ ਪਹੁੰਚੇ। ਬੰਧਨ ਕਦਨ ਜਾ ਕੇ ਨਾਮ ਲੇਤ ਹੋਤ ਹੈ। ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਨਾਂ ਲਿਆ ਹੀ ਜੀਵ ਦੇ ਬੰਧਨ ਕੱਟੇ ਜਾਂਦੇ ਹਨ। ਨਾਂ ਲਿਆ ਹੀ
ਬੰਧਨਾਂ ਤੋਂ ਮੁਕਤ ਹੋ ਜਾਈਦਾ ਹੈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਬੇਬੇ ਨਾਨਕੀ ਦੇ ਘਰੇ ਪਹੁੰਚੇ ਨੇ। ਸਾਦਰ ਸਨੇਹ ਕਰ ਮਿਲ ਕੇ ਬਿਸਾਏ ਗਏ। ਬੜੇ ਸਨੇਹ ਨਾਲ ਬੇਬੇ ਜੀ ਮਿਲੇ ਹਨ, ਪਰਿਵਾਰ ਦੇ ਬਾਕੀ ਜੀ ਮਿਲੇ ਹਨ। ਕੁਸ਼ਲ ਪ੍ਰਸ਼ਨ ਬੂਝ ਆਨੰਦ ਉਦੋਤ ਹੈ। ਬੜੀ ਕੁਸ਼ਲ ਪ੍ਰਸੰਨਤਾ ਦੋਹਾਂ ਪਾਸਿਓਂ ਪੁੱਛੀ ਪਰਿਵਾਰਾਂ ਦੀ। ਮਹਾਰਾਜ ਜੀ ਨੇ ਆਨੰਦ ਪ੍ਰਗਟ ਕੀਤਾ। ਇੱਕ ਦਿਨ ਰਹੇ ਵਿਦਾ ਲੈਨ ਹਿਤ ਬੈਨ ਕਹੇ। ਇੱਕ ਦਿਨ ਸਤਿਗੁਰੂ ਜੀ ਰਹੇ, ਅਗਲੇ ਦਿਨ ਮਹਾਰਾਜ ਜੀ ਨੇ ਵਿਦਾਇਗੀ ਵਾਸਤੇ ਬਚਨ ਕਹੇ। ਭਾਈਆ ਜੈ ਰਾਮ ਜੀ ਨੂੰ ਆਖਿਆ, ਭਾਈਆ ਜੀ ਹੁਣ ਸਾਨੂੰ ਆਗਿਆ ਦਿਓ, ਅਸੀਂ ਬੇਬੇ ਜੀ ਨੂੰ ਲੈ ਕੇ ਨਨਕਾਣਾ ਸਾਹਿਬ ਤਲਵੰਡੀ ਜਾਣਾ ਹੈ। ਸੁਨ ਕੇ ਜੈ ਰਾਮ ਸਨ ਮਾਨੇ ਰੂਪ ਜੋਤ ਹੈ। ਭਾਈਆ ਜੈ ਰਾਮ ਜੀ ਵੀ ਮਹਾਰਾਜ ਜੀ ਦੇ ਬਚਨ ਸੁਣ ਕੇ ਸਨਮਾਨ ਕਰਦੇ ਸੀ ਸਤਿਗੁਰਾਂ ਦਾ। ਉਹ ਜਾਣਦੇ ਸਨ ਕਿ ਕੋਈ ਇਲਾਹੀ ਜੋਤ ਦੇ ਮਾਲਕ ਹਨ। ਭਾਈਏ ਜੈ ਰਾਮ ਅੰਦਰ ਵੀ ਸਤਿਗੁਰਾਂ ਪ੍ਰਤੀ ਸ਼ਰਧਾ ਹੈ। ਮੇਰੇ ਧਾਮ ਰਹੋ ਸੇਵਾ ਕਰੋ ਜੋ ਕਹੋ ਤੁਮ। ਕਹਿਣ ਲੱਗੇ ਮਹਾਰਾਜ ਜੀ ਤੁਸੀਂ ਜੇ ਇੱਥੇ ਮੇਰੇ ਘਰ ਹੀ ਰਹੋ, ਤੁਸੀਂ ਜੋ ਹੁਕਮ ਕਰੋ ਮੈਂ ਤੁਹਾਡੀ ਸੇਵਾ ਕਰਾਂ, ਤੁਸੀਂ ਜਾਓ ਹੀ ਨਾ ਇੱਥੋਂ। ਭਾਈਆ ਜੈ ਰਾਮ ਜੀ ਕਹਿੰਦੇ ਮਹਾਰਾਜ ਤੁਸੀਂ ਜਾਓ ਹੀ ਨਾ ਇੱਥੋਂ, ਤੁਸੀਂ ਇੱਥੇ ਮੇਰੇ ਘਰ ਹੀ ਰਹੋ, ਤੁਸੀਂ ਜੋ ਹੁਕਮ ਕਰੋ ਮੈਂ ਤੁਹਾਡੀ ਸੇਵਾ ਕਰਾਂ। ਸੰਤ ਰੂਪ ਦੇਖੇ ਤੇ ਕਲੁਖ ਦੁਖ ਖੋਤ ਹੈ। ਮਹਾਰਾਜ ਜੀ ਤੁਸੀਂ ਸੰਤ ਰੂਪ ਹੋ, ਤੁਹਾਡੇ ਦਰਸ਼ਨ ਕੀਤਿਆਂ ਹੀ ਸਾਰੇ ਪਾਪ ਮਿਟ ਜਾਂਦੇ ਹਨ। ਪਰਮਾਨੰਦ ਜਨਕ ਜੈ ਰਾਮ ਕੋ ਬਖਾਨੇ ਬੈਨ। ਲਾਗੇ ਬਾਬਾ ਪਰਮਾਨੰਦ ਜੀ ਬੈਠੇ ਸੀ ਜੋ ਭਾਈਏ ਜੈ ਰਾਮ ਦੇ ਪਿਤਾ ਜੀ ਸੀ। ਉਹ ਕੋਲੋਂ ਬੋਲੇ, ਕਹਿਣ ਲੱਗੇ ਜੈ ਰਾਮ ਜੀ ਸੁਣੋ। ਬੇਦਾ ਦੇਹੋ ਅਬ ਕੇ ਬਹੌਰਪੁਰ ਆਵਈ। ਏਦਾਂ ਕਰੋ ਵੀ ਇੱਕ ਵਾਰ ਹੁਣ ਇਹਨਾਂ ਨੂੰ ਜਾਣ ਦਿਓ, ਕਿਉਂਕਿ ਮਰਿਆਦਾ ਹੁੰਦੀ ਹੈ ਪਰਿਵਾਰਾਂ ਦੀ ਵੀ ਇੱਕ ਵਾਰ ਨਾਨਕੀ ਫੇਰਾ ਪਾਵੇਗੀ ਆਪਣੇ ਪੇਕੇ ਘਰ ਜਾ ਕੇ, ਫਿਰ ਆ ਜਾਣਗੇ ਦੁਬਾਰਾ। ਭਗਨੀ ਕੋ ਲੈਨ ਮਾਤ ਪਿਤਾ ਨੇ ਪਠਾਏ। ਕਿਉਂਕਿ ਇਹ ਆਪਣੀ ਭੈਣ ਨੂੰ ਲੈਣ ਆਏ ਨੇ, ਇਹਨਾਂ ਦੇ ਮਾਤਾ ਪਿਤਾ ਜੀ ਨੇ ਭੇਜਿਆ ਹੈ। ਜਾਨੋ ਜੋਗ ਜਾਨੋ ਅਬ ਨਹੀਂ ਪੁੰਨ ਜਾਵਈ। ਹੁਣ ਤਾਂ ਇਹਨਾਂ ਦਾ ਜਾਣਾ ਯੋਗ ਹੈ, ਇਹਨਾਂ ਨੂੰ ਜਾਣਾ ਹੀ ਪਵੇਗਾ, ਮਰਿਆਦਾ ਪੂਰੀ ਕਰਨੀ ਜਿਹੜੀ ਲੋਕਾਂ ਦੀ ਬਣੀ ਹੋਈ ਹੈ। ਹਾਂ ਜਦੋਂ ਦੁਬਾਰਾ ਆਉਣਗੇ ਫਿਰ ਨਾ ਇਹਨਾਂ ਨੂੰ ਜਾਣ ਦੇਈ। ਜਾਂ ਬਿਦ ਵਿਚਾਰ ਕੀਨ ਸਬਨ ਕੋ ਬਿਦਾਦੀਨ। ਏਦਾਂ ਵਿਚਾਰ ਕਰਕੇ ਬਾਬਾ ਪਰਮਾਨੰਦ ਜੀ ਨੇ ਏਦਾਂ ਮਹਾਰਾਜ ਜੀ ਨੂੰ ਵਿਦਾ ਕੀਤਾ, ਬੇਬੇ ਨਾਨਕੀ ਨੂੰ ਵਿਦਾ ਕੀਤਾ। ਚੱਲੇ ਤਲਵੰਡੀ ਮਗ ਸੁੰਦਰ ਸੁਹਾਵਈ। ਰਾਏ ਭੋਏ ਦੀ ਤਲਵੰਡੀ ਨੂੰ ਸਤਿਗੁਰੂ ਜੀ ਜਾ ਰਹੇ, ਰਸਤਾ ਬੜਾ ਸੁੰਦਰ ਹੈ। ਬੇਦੀ ਕੁਲ ਕੇ ਤੇ ਆਏ ਸਸੂ ਕੇ ਸਮੇਤ ਨਿਜ। ਆਪਣੀ ਭੈਣ ਬੇਬੇ ਨਾਨਕੀ ਦੇ ਸਮੇਤ ਸਤਿਗੁਰੂ ਜੀ ਵਾਪਸ ਆਪਣੇ ਘਰ ਆਏ ਤਲਵੰਡੀ। ਪ੍ਰਵੇਸ਼ੇ ਨਿਕੇਤ ਮਾਤ ਅੰਗ ਮੈਂ ਨਮਾਵਈ। ਜਦੋਂ ਘਰ ਆਏ ਤੇ ਮਾਤਾ ਨੂੰ ਖੁਸ਼ੀ ਇੰਨੀ, ਉਹ ਖੁਸ਼ੀ ਮਾਤਾ ਜੀ ਦੇ ਹਿਰਦੇ 'ਚ ਨਹੀਂ ਮੇਮਦੀ, ਨਹੀਂ ਸਮਾਉਂਦੀ। ਸਵਈਆ ਰਾਏ ਸੁਨਿਓ ਨਿਜ ਬੱਲਭ ਆਵਨ। ਜਦੋਂ ਰਾਏ ਬੁਲਾਰ ਨੇ ਸੁਣਿਆ ਮੇਰੇ ਬੱਲਭ ਜੀ ਆ ਗਏ ਨੇ, ਬੱਲਭ ਕਹਿੰਦੇ ਆ ਪਿਆਰੇ ਨੂੰ, ਮੇਰੇ ਬੱਲਭ ਆ ਗਏ ਨੇ। ਉਹ ਕਦੇ ਨਾਂ ਲੈ ਕੇ ਨਹੀਂ ਸੀ ਮਹਾਰਾਜ ਜੀ ਨੂੰ ਜ਼ਿਆਦਾ ਬੁਲਾਉਂਦਾ, ਕਦੇ ਬੱਲਭ ਕਹਿਣਾ, ਕਦੇ ਕਹਿਣਾ ਕਮਲ ਨੈਣ, ਜ਼ਿਆਦਾ ਕਮਲ ਨੈਣ ਹੀ ਕਹਿੰਦਾ। ਮੇਰੇ ਬੱਲਭ ਆ ਗਏ ਨੇ। ਜਦੋਂ ਰਾਏ ਜੀ ਨੇ ਸੁਣਿਆ, ਦਾਸ ਪਠਾਵਨ ਕੀਨ ਤਦਾਈ। ਉਸੇ ਵੇਲੇ ਆਪਣੇ ਨੌਕਰ ਭੇਜੇ ਕਿ ਜਾਓ ਮੇਰੇ ਬੱਲਭ ਜੀ ਨੂੰ, ਕਮਲ ਨੈਣ ਜੀ ਨੂੰ ਸੱਦ ਕੇ ਲਿਆਓ। ਲੀਨ ਬੁਲਾਏ ਸੋ ਪਾਸ ਬੇਸਾਏ। ਕੋਲ ਬੁਲਾ ਕੇ, ਕੋਲ ਬਿਠਾ ਕੇ, ਹਿਰਦੇ ਸੁਖ ਪਾਏ ਅੱਖੀ ਪਾਰੇ ਆਈ। ਹਿਰਦਾ ਬੜਾ ਸੁੱਖ ਨਾਲ ਭਰ ਗਿਆ। ਰਾਏ ਜੀ ਦੀਆਂ ਅੱਖਾਂ ਪ੍ਰੇਮ ਨਾਲ ਭਰ ਆਈਆਂ। ਪ੍ਰੇਮ ਸੋ ਬੂਝ ਸਰੀਰ ਆਪੀਰ ਕੀ। ਪ੍ਰੇਮ ਨਾਲ ਪੁੱਛਦਾ ਮਹਾਰਾਜ ਕਮਲ ਨੈਣ, ਰਸਤੇ 'ਚ ਸਰੀਰ ਸਵਸਥ ਰਿਹਾ, ਕਿਸੇ ਤਰ੍ਹਾਂ ਦੀ ਖੇਚਲਾ ਤਾਂ ਨਹੀਂ ਹੋਈ ਮੇਰੇ ਸਾਹਿਬ ਜੀ ਨੂੰ ਰਸਤੇ 'ਚ? ਏਦਾਂ ਪੁੱਛਦੇ। ਪ੍ਰੀਤ ਨਵੀਨ ਕਰੀ ਅਧਿਕਾਈ। ਜਿੰਨੀ ਪ੍ਰੀਤ ਪਹਿਲਾਂ ਸੀ ਨਾ ਰਾਏ ਜੀ ਦੇ ਮਨ 'ਚ ਸਤਿਗੁਰਾਂ ਪ੍ਰਤੀ, ਉਹਦੇ ਨਾਲੋਂ ਅੱਗੇ ਨਾਲੋਂ ਕਈ ਗੁਣਾ ਵੱਧ ਪ੍ਰੀਤ ਪ੍ਰਗਟ ਕੀਤੀ। ਨਵੀਂ ਪ੍ਰੀਤ ਹਿਰਦੇ 'ਚ ਉਜਾਗਰ ਕਰਦੇ। ਧੀਰ ਤੋਰ ਅੰਦਰ ਸ਼੍ਰੀ ਗੁਰ ਪੂਰਨ। ਜੋ ਧੀਰਜ ਨੂੰ
ਧੀਰਜ ਦੇਣ ਵਾਲੇ ਧੁਰੰਦਰ ਸਤਿਗੁਰੂ ਪੂਰਨ ਹਨ। ਛੇਮ ਕਹੀ ਓਜੈ RAM ਵਡਾਈ। ਆਖਿਆ ਹਾਂ ਰਾਏ ਜੀ ਆਨੰਦ ਹੈ, ਭਾਈਆ ਜੈ ਰਾਮ ਜੀ ਵੀ ਠੀਕ ਨੇ। ਤੋ ਪਿਤਾ ਜੀ ਵੀ ਘਰ ਆਏ ਨੇ, ਰਾਏ ਬੁਲਾਰ ਜੀ ਨਾਲ ਸਤਿਗੁਰਾਂ ਦੀ ਵਾਰਤਾ ਹੋ ਰਹੀ ਹੈ। ਗੁਰਦੇਵ ਦੀ ਪਾਵਨ ਅੰਮ੍ਰਿਤ ਕਥਾ ਬੇਅੰਤ ਹੈ, ਅੰਤ ਨਹੀਂ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸੀ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਬੇਤ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਿਆਰੇ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋਈ ਐ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ ਬੇਨਤੀ ਹੈ ਕਿ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਬੀਬੀ ਸ਼ਰਨ ਕੌਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਕੱਲ ਸਵੇਰੇ ਐਤਵਾਰ 8:30 ਵਜੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਤੋਂ ਇੱਕ ਨਗਰ ਕੀਰਤਨ ਸ੍ਰੀ ਚਮਕੌਰ ਸਾਹਿਬ ਨੂੰ ਜਾਵੇਗਾ। ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਹੈ, ਬੱਸਾਂ ਦਾ ਪ੍ਰਬੰਧ ਸੁਸਾਇਟੀ ਵੱਲੋਂ ਕੀਤਾ ਗਿਆ ਹੈ, ਉਹ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਸਾਹਿਬਜ਼ਾਦਿਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।